ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मान जो गुरु प्यारे गुरु सवारे गुरमुख जनों, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਨੂੰ ਅਸੀਂ ਆਪ ਜੀ ਵੱਲੋਂ ਭੇਜੇ ਹੋਏ ਸਵਾਲ ਉਹਨਾਂ ਦੇ ਉੱਤਰ ਦਿੰਦੇ ਹਾਂ। ਪੈਨਲ ਮੈਂਬਰਸ ਉਹਨਾਂ ਸਵਾਲਾਂ ਦੇ ਉੱਤੇ ਵਿਚਾਰ ਕਰਕੇ ਜੋ ਵੀ ਗੁਰਮਤਿ ਅਨੁਸਾਰ ਸਮਝ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉਹਦਾ ਜਵਾਬ ਤਿਆਰ ਕਰਦੇ ਹਾਂ। ਇਹ ਸਵਾਲ ਜਵਾਬ ਸੈਸ਼ਨ ਪੂਰੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਅੱਜ ਦਾ ਇਹ ਸੈਸ਼ਨ ਸਵਾਲ ਜਵਾਬ ਦਾ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਪ੍ਰੋਗਰਾਮ ਵਿੱਚ ਜੀਓ ਆਇਆਂ। ਤੋ ਸਵਾਲ ਜਵਾਬ ਦਾ ਇਹ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰ ਰਿਹਾ ਪੈਨਲ ਮੈਂਬਰਸ ਨੂੰ ਕਿਰਪਾ ਕਰਕੇ ਸੰਗਤ ਨਾਲ ਆਪਣੀ ਸਾਂਝ ਪਾ ਲੈਣ ਜੀ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਉਹਨਾਂ ਦੀ ਸ਼ਾਇਦ ਕੁਝ ਮੇਰੇ ਖਿਆਲ ਵੀ ਨੈਟਵਰਕ ਪ੍ਰੋਬਲਮ ਆ ਰਹੀ ਹੈ। ਕੱਟ ਗਿਆ ਕਨੈਕਸ਼ਨ। ਹਾਂਜੀ ਪ੍ਰੋਬਲਮ ਪਹਿਲੇ ਉਹਨੇ ਔਨ ਕੀਤਾ ਕੁਝ ਆਵਾਜ਼ ਆ ਰਹੀ ਸੀ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗੀਰ ਸਿੰਘ ਜੀ ਆ ਗਏ। ਹਾਂਜੀ ਤੇਜਿੰਦਰ ਸਿੰਘ ਜੀ ਤੁਹਾਡੇ ਵਾਸਤੇ ਆਵਾਜ਼ ਮਾਰੀ ਸੀ। ਚਲੋ ਤੇਜਿੰਦਰ ਸਿੰਘ ਜੀ। ਅਨਮੁਖ ਕਰੋ ਸਤਿੰਦਰ ਸਿੰਘ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਹਿਬ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਸ਼ਾਇਦ ਅੱਜ ਸਾਹਿਬ ਪ੍ਰਭਕੀਰਤਨ ਸਿੰਘ ਜੀ ਮੇਰੇ ਖਿਆਲ ਨਹੀਂ ਜੁੜੇ। ਨਹੀਂ ਉਹ ਤਾਂ ਨਹੀਂ ਆਉਣਗੇ ਅੱਜ। ਹਾਂਜੀ ਨਾ ਹੀ ਪ੍ਰਿੰਸੀਪਲ ਸਾਹਿਬ ਆ ਰਹੇ ਨੇ। ਤੋ ਕਿੱਕਰ ਸਿੰਘ ਜੀ ਪਤਾ ਨਹੀਂ ਆएंगे नहीं। ਕਿੱਕਰ ਸਿੰਘ ਜੀ ਵੀ ਕਹਿ ਰਹੇ ਸੀ ਮੈਂ ਸ਼ਾਇਦ ਅੱਜ ਕੋਈ ਪ੍ਰੋਗਰਾਮ ਹੈ ਜਾਂ ਲੇਟ ਆਵਾਂਗਾ। ਸਾਹ ਕਿੱਕਰ ਸਿੰਘ ਮੇਰੇ ਖਿਆਲ ਜੀ ਆਏ ਨਹੀਂ ਆਏ। ਹਾਂਜੀ ਸਾਹਿਬਜੀਤ ਸਿੰਘ ਜੀ ਨੇ ਵੀ ਸੰਗਤ ਨਾਲ ਪਹਿਲੇ ਸਾਂਝ ਪਾਈ ਹੈ ਜੀ। ਤੋ ਆਓ ਸਾਰੇ ਸੰਗਤਾਂ ਨੂੰ ਫਿਰ ਇੱਕ ਵਾਰੀ ਬੇਨਤੀ ਹੈ ਵੀ ਜੋ ਆਪ ਜੀ ਵੱਲੋਂ ਭੇਜੇ ਸਵਾਲ ਨੇ ਵੱਖ ਵੱਖ ਵਿਸ਼ਿਆਂ ਤੇ ਆਓ ਅਸੀਂ ਇੱਕ ਇੱਕ ਸਵਾਲ ਕਰਕੇ ਆਪ ਜੀ ਦੇ ਸਾਹਮਣੇ ਵਿਚਾਰਾਂ ਲੈ ਕੇ ਆਉਂਦੇ ਹਾਂ ਜੀ। ਤੋ ਸਭ ਤੋਂ ਪਹਿਲਾਂ ਜਿਹੜਾ ਸਵਾਲ ਆ ਰਿਹਾ ਇਹ ਵਿਆਕਰਣਕ ਪੱਖੋਂ, ਕਿਉਂਕਿ ਇੱਕੋ ਅੱਖਰ ਜਿਹੜਾ ਉਹਨੂੰ ਆਪਾਂ ਦੇਖਦੇ ਹਾਂ ਇੱਕ ਸ਼ਬਦ ਨੂੰ ਉਹ ਮੁਕਤਾ ਵੀ ਹੋ ਸਕਦਾ ਹੈ, ਸਿਹਾਰੀ ਨਾਲ ਵੀ ਹੋ ਸਕਦਾ ਹੈ, ਔਂਕੜ ਨਾਲ ਵੀ ਹੋ ਸਕਦਾ ਹੈ ਔਰ ਉਹਨਾਂ ਦੇ ਅਰਥਾਂ 'ਚ ਕਿਉਂਕਿ ਫਰਕ ਆ ਜਾਂਦਾ। ਤੋ ਅੱਜ ਸਾਡੇ ਕੋਲ ਜਿਹੜਾ ਸਵਾਲ ਆਇਆ ਉਹਦੇ 'ਚ ਮਮਾ ਤੇ ਤੱਤਾ ਮਤ ਮੁਕਤਾ ਤੱਤਾ ਔਂਕੜ ਵਾਲਾ ਤੱਤਾ ਸਿਹਾਰੀ ਵਾਲਾ ਤੱਤਾ ਇਹ ਵੱਖ ਵੱਖ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ 'ਚ ਆਇਆ। ਤੋ ਵੀਰ ਜਗੀਰ ਸਿੰਘ ਨੂੰ ਬੇਨਤੀ ਹੈ ਵੀ ਉਹ ਸਾਨੂੰ ਨਾਲੇ ਤੇ ਤੁਕਾਂ ਸੁਣਾ ਦੇਣਗੇ ਤੇ ਨਾਲੇ ਮੁਕਤਾ ਔਂਕੜ ਔਰ ਸਿਹਾਰੀ ਨਾਲ ਆਉਣ ਤੇ ਕਿੰਨਾ ਕੁ ਫਰਕ ਪੈ ਜਾਂਦਾ ਅਰਥਾਂ ਦੇ ਵਿੱਚ, ਉਹ ਕਿਰਪਾ ਕਰਕੇ ਸਾਨੂੰ ਦੱਸੋ ਜੀ ਵੀਰ ਜਗੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਰਾਮਕਲੀ ਰਾਗ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਸ਼ਬਦ ਹੈ ਜੀ। ਇਹ ਸ਼ਲੋਕ ਹੈ ਜੀ ਬਾਰ ਦੇ ਵਿੱਚ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੇ ਰੋਜੀ ਦੇ ਉਥੈ ਹੱਠ ਨਾ ਚੱਲੀ ਨਾ ਕੋ ਪਿਰਥ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ
ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਹਿਰਾ ਤਿਨਾ ਪੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਇਸ ਸ਼ਲੋਕ ਦੇ ਵਿੱਚ ਜੀ ਮਤ 2 ਵਾਰੀ ਆਇਆ। ਪਹਿਲੀ ਪੰਕਤੀ ਵਿੱਚ ਨਾਨਕ ਚਿੰਤਾ ਮਤ ਕਰੋ, ਇਹਦੇ ਵਿੱਚ ਮਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਜਿਹੜਾ ਅਖੀਰ ਦੇ ਵਿੱਚ ਆਇਆ ਨਾਨਕ ਚਿੰਤਾ ਮਤ ਕਰੋ, ਉਹਦੇ ਵਿੱਚ ਤੱਤਾ ਮੁਕਤਾ ਹੈਗਾ। ਇਹਨਾਂ ਦੋਹਾਂ ਦੇ ਅਰਥ ਨਾ ਹੈਗੇ ਨੇ ਜੀ। ਅਸਲ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਮਤ ਦੇ ਅਰਥ ਮਮਾ ਤੱਤੇ ਨੂੰ ਸਿਹਾਰੀ, ਮਤ ਦੇ ਅਰਥ ਕੀਤੇ ਨੇ ਬੁੱਧੀ ਜੀ, ਅਕਲ, ਗਿਆਨ, ਇੱਛਾ, ਚੇਤਾ, ਗਿਆਨ, ਨਿਸ਼ਚਾ, ਰਾਏ, ਮਸਤ ਅਤੇ ਨਾ ਜੀ। ਤੇ ਮਤ ਤੱਤੇ ਨੂੰ ਮਮਾ ਤੱਤੇ ਨੂੰ ਔਂਕੜ, ਇਹਦੇ ਅਰਥ ਕੀਤੇ ਨੇ ਨਾ, ਸ਼ਾਇਦ, ਧਰਮ, ਸਲਾਹ, ਮੰਨਿਆ ਹੋਇਆ, ਨਸ਼ੇ ਵਿੱਚ ਮਸਤ ਅਤੇ ਮਤਾਂ। ਇੱਕ ਮਤ, ਇੱਕ ਮਮਾ ਤੱਤਾ, ਤੱਤਾ ਮੁਕਤਾ, ਇਹਦੇ ਵੀ ਅਰਥ ਇਹੀ ਕੀਤੇ ਨੇ ਨਾ, ਸ਼ਾਇਦ, ਧਰਮ, ਸਲਾਹ, ਗਿਆਨ, ਮੰਨਿਆ ਹੋਇਆ, ਇਰਾਦਾ, ਨਸ਼ੇ ਵਿੱਚ ਮਸਤ। ਇਹਨਾਂ ਦੇ ਤਕਰੀਬਨ ਅਰਥ ਮਿਲਦੇ ਜੁਲਦੇ ਹੀ ਹਨ ਜੀ। ਗੁਰਬਾਣੀ ਵਿੱਚ ਆਂਦਾ ਜੀ ਭਰੀਏ ਮਤ ਪਾਪਾਂ ਕਹਿ ਸੰਗ, ਇੱਥੇ ਮਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਮਤ ਦਾ ਅਰਥ ਹੈ ਬੁੱਧੀ। ਅਹਰਨ ਮਤ ਵੇਦ ਹਥਿਆਰ, ਇੱਥੇ ਵੀ ਮਤ ਦਾ ਮਤਲਬ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ, ਅਰਥ ਬਣ ਗਿਆ ਬੁੱਧੀ। ਤੇ ਅੱਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, 955 ਅੰਕ ਦੇ ਉੱਤੇ ਜਿਹੜਾ ਆਪਾਂ ਨੇ ਸ਼ਬਦ ਪੜਿਆ ਉਹਦੇ ਵਿੱਚ ਹੈਗਾ ਜੀ ਇਹ। ਇਹਦੇ ਵਿੱਚ ਮਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਇੱਥੇ ਇਹਦਾ ਅਰਥ ਬਣ ਗਿਆ ਨਾ, ਵੀ ਚਿੰਤਾ ਨਾ ਕਰੋ ਜੀ। ਅਰੇ ਬਾਈ ਗੋਬਿੰਦ ਨਾਮ ਮਤ ਵਿਸਰੈ, ਇੱਥੇ ਵੀ ਮਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਇੱਥੇ ਮਤ ਦਾ ਅਰਥ ਹੈਗਾ ਨਾ ਜੀ। ਹਮਰੇ ਖੋਜ ਪਰੋ ਮਤ ਕੋਈ, ਇੱਥੇ ਮਤ ਦੇ ਤੱਤੇ ਨੂੰ ਵੀ ਸਿਹਾਰੀ ਲੱਗੀ ਹੋਈ ਹੈ, ਇਹਦਾ ਅਰਥ ਵੀ ਬਣ ਜਾਂਦਾ ਨਾ, ਨਾ ਜੀ। ਅੱਗੇ ਮਤ ਮਮਾ ਤੱਤਾ ਤੱਤੇ ਨੂੰ ਔਂਕੜ, ਮਮਾ ਤੱਤੇ ਨੂੰ ਔਂਕੜ ਮਤ, ਮਤ ਭਰਮ ਭੂਲੋ ਭੂਲੋ, ਇੱਥੇ ਮਤ ਦੇ ਤੱਤੇ ਨੂੰ ਔਂਕੜ ਲੱਗਿਆ ਹੋਇਆ, ਇੱਥੇ ਵੀ ਅਰਥ ਬਣ ਗਏ ਨਾ, ਨਹੀਂ ਮਤਲਬ ਜੀ। ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ, ਇੱਥੇ ਵੀ ਮਤ ਦੇ ਤੱਤੇ ਨੂੰ ਔਂਕੜ ਲੱਗਿਆ ਹੋਇਆ, ਇੱਥੇ ਵੀ ਅਰਥ ਬਣ ਜਾਂਦੇ ਨੇ ਨਾ ਜੀ। ਅੱਗੇ ਹੈਗਾ ਜੀ ਮਤ ਮਮਾ ਤੇ ਤੱਤਾ ਮੁਕਤਾ, ਭਜੋ ਗੋਬਿੰਦ ਭੂਲ ਮਤ ਜਾਹੋ, ਇੱਥੇ ਮਤ ਦੇ ਤੱਤਾ ਮੁਕਤਾ ਹੈਗਾ, ਅਰਥ ਨਾ ਹੀ ਹੈਗੇ ਨੇ। ਮਤ ਭੂਲੋ ਮਤ ਭੂਲੈ ਰੇ ਮਨ ਚੇਤ ਹਰੀ, ਇੱਥੇ ਵੀ ਮਤ ਦੇ ਤੱਤਾ ਮੁਕਤਾ ਹੈਗਾ ਤੇ ਇਹਦੇ ਅਰਥ ਬਣ ਜਾਂਦੇ ਨੇ ਨਾ ਜੀ। ਵੈਸੇ ਤਾਂ ਮਤ ਦੇ ਅਰਥ ਪ੍ਰੋਫੈਸਰ ਆਪਣੇ ਕਾਹਨ ਸਿੰਘ ਨਾਭਾ ਜੀ ਨੇ ਕਈ ਕੀਤੇ ਨੇ, ਜਿੱਦਾਂ ਮੈਂ ਪਹਿਲਾਂ ਦੱਸਿਆ ਹੈਗਾ, ਕਈ ਅਰਥ ਨੇ। ਪਰ ਇੱਥੇ ਮਤ ਚਾਹੇ ਤੱਤੇ ਨੂੰ ਸਿਹਾਰੀ ਹੋਵੇ, ਚਾਹੇ ਤੱਤੇ ਨੂੰ ਔਂਕੜ ਹੋਵੇ, ਚਾਹੇ ਤੱਤਾ ਮੁਕਤਾ ਹੋਵੇ, ਇਹਨਾਂ ਦੇ ਅਰਥ ਨਾ, ਤਿਹਾਂ ਦੇ ਅਰਥ ਨਾ ਦੇ ਵਿੱਚ ਵੀ ਹੈਗੇ ਨੇ ਜੀ। ਹੋਰ ਵੀ ਕਈ ਅਰਥ ਹੈਗੇ ਨੇ, ਜਿਵੇਂ ਕਵਨ ਸੋ ਮਤ ਜਿਤ ਤਰੇ ਇਹ ਮਾਏ, ਇੱਥੇ ਮਤ ਦਾ ਅਰਥ ਹੈ ਧਰਮ ਦਾ ਰਸਤਾ, ਵੀ ਕਿ ਰਸਤਾ ਹੈਗਾ ਵੀ ਜੇ ਰਹੇ ਮਾਏ ਵੀ ਤਰਿਆ ਜਾ ਸਕਦਾ ਹੈਗਾ ਜੀ। ਪਾਦਾ ਗੁਰਮੁਖ ਆਖੀਏ ਚਾਟੜਿਆ ਮਤ ਦੇ, ਇੱਥੇ ਮਤ ਦੇ ਤੱਤੇ ਨੂੰ ਸਿਹਾਰੀ ਹੈਗੀ ਹੈ, ਇੱਥੇ ਮਤ ਦਾ ਅਰਥ ਬਣ ਗਿਆ ਸਿੱਖਿਆ, ਗਿਆਨ। 9-13 ਗਹਿਣਾ ਮਤ ਮਕਸੂਦ, ਇੱਥੇ ਵੀ ਮਤ ਦਾ ਅਰਥ ਬਣ ਜਾਂਦਾ ਗਿਆਨ। ਪੀਵੋ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ ਬੁਝਾਈ, ਇੱਥੇ ਵੀ ਮਤ ਦੇ ਤੱਤੇ ਨੂੰ ਸਿਹਾਰੀ ਹੈ, ਇੱਥੇ ਅਰਥ ਬਣ ਜਾਂਦੇ ਨੇ ਅੰਮ੍ਰਿਤ ਰੂਪ, ਅੰਮ੍ਰਿਤ ਰੂਪ ਨਾਮ ਦਾ ਰਸ। ਮਤਲਬ ਅਰਥ ਵੱਖਰੇ ਵੱਖਰੇ ਨੇ ਤੇ ਉੱਥੇ ਤੱਤੇ ਨੂੰ ਸਿਹਾਰੀ ਵੀ ਵਰਤੀ ਗਈ ਹੈ, ਤੱਤਾ ਮੁਕਤਾ ਵੀ ਵਰਤਿਆ ਗਿਆ, ਤੱਤੇ ਨੂੰ ਔਂਕੜ ਵੀ ਵਰਤਿਆ ਗਿਆ। ਗੁਰਬਾਣੀ ਵਿੱਚ ਇਕੱਲਾ ਇਹੀ ਸ਼ਬਦ ਨਹੀਂ ਹੈਗਾ ਵੀ ਮਤ ਦੇ ਤੱਤੇ ਨੂੰ ਸਿਹਾਰੀ ਵੀ ਹੈਗੀ ਆ, ਤੱਤਾ ਮੁਕਤਾ ਵੀ ਹੈਗਾ, ਤੱਤੇ ਨੂੰ ਔਂਕੜ ਵੀ ਹੈਗਾ, ਤਿਹਾਂ ਦੇ ਅਰਥ ਨਾ ਦੇ ਵਿੱਚ ਵਰਤੇ ਗਏ ਨੇ। ਇੱਕ ਧਨ ਸ਼ਬਦ ਹੈਗਾ ਗੁਰਬਾਣੀ ਦੇ ਵਿੱਚ, ਉਹ ਧਨ ਦੇ ਧੱਦਾ ਉੱਤੇ ਟਿੱਪੀ ਨੰਨੇ ਨੂੰ ਸਿਹਾਰੀ, ਇੱਕ ਨੰਨਾ ਮੁਕਤਾ, ਇੱਕ ਨੰਨੇ ਨੂੰ ਔਂਕੜ। ਇਹ ਜਿਹੜਾ ਧਨ ਅੱਖਰ ਹੈਗਾ ਇਹ ਵੀ ਇੱਕ ਵਚਨ ਵਾਸਤੇ ਵੀ ਹੈਗਾ, ਬਹੁ ਵਚਨ ਵਾਸਤੇ ਵੀ ਹੈਗਾ, ਇਸਤਰੀ ਲਿੰਗ ਵਾਸਤੇ ਵੀ ਹੈਗਾ। ਤੇ ਇਹਨਾਂ ਸ਼ਬਦਾਂ ਦੇ ਵਿੱਚ ਗੁਰਬਾਣੀ ਵਿਆਕਰਨ ਨਿਯਮ ਵੀ ਸਮਝ ਨਹੀਂ ਆ ਰਹੀ ਹੈਗੀ ਵਿਦਵਾਨਾਂ ਨੂੰ। ਤੇ ਇਹ ਜਿਹੜੇ ਸ਼ਬਦ ਨੇ ਮਤ
ਸਿਹਾਰੀ ਨਾਲ, ਮੁਕਤਾ ਤੇ ਔਂਕੜ ਨਾਲ ਇਹ ਨਾਂ ਵਾਲੇ ਸ਼ਬਦਾਂ ਵਿੱਚ ਸਾਰੇ ਹੀ ਵਰਤੇ ਗਏ ਨੇ ਜੀ। ਇਸ ਕਰਕੇ ਇਹਨਾਂ ਦੇ ਵਿੱਚ ਵਹਿਮ ਨਹੀਂ ਕਰਨਾ। ਜਿੱਦਾਂ ਪ੍ਰੋਫੈਸਰ ਕਾਹਨ ਸਿੰਘ ਨਾਭਾ ਜੀ ਨੇ ਅਰਥ ਕੀਤੇ ਨੇ ਵੀ ਤੇਹਾਂ ਦੇ ਅਰਥ ਨਾਂ ਨੇ, ਤੇ ਗੁਰੂ ਸਾਹਿਬ ਜੀ ਨੇ ਵੀ ਇਹਨਾਂ ਦੇ ਨਾਂ ਦੇ ਵਿੱਚ ਹੀ ਅਰਥ ਕੀਤੇ ਨੇ। ਇਹਦੇ ਬਾਰੇ ਸਾਨੂੰ ਜਿੰਨਾ ਕਿ ਮੈਨੂੰ ਗਿਆਨ ਆ ਉਹਨਾਂ ਕੁ ਮੈਂ ਦੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਬੜੇ ਅੱਛੇ ਤਰੀਕੇ ਨਾਲ ਵੀਰ ਜੀ ਤੁਸੀਂ ਦੱਸਿਆ। ਤੋ ਸਾਧ ਸੰਗਤ ਜੀ ਬੇਨਤੀ ਹੈ, ਜਿਵੇਂ ਵੀਰ ਜੀ ਨੇ ਦੱਸਿਆ ਹੀ ਹੈ, ਇੱਕ ਤਾਂ ਦੋ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਜਿਸ ਵੇਲੇ ਅਸੀਂ ਪਾਠ ਕਰਦੇ ਹਾਂ ਜਾਂ ਕੀਰਤਨ ਕੀਤਾ ਜਾਂਦਾ ਹੈ। ਇੱਕ ਤੇ ਬਹੁ ਅਰਥਕ ਸ਼ਬਦ ਜਿਹੜੇ ਨੇ, ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਅਰਥ ਹੁੰਦੇ ਨੇ। ਹਾਲਾਂਕਿ ਸਪੈਲਿੰਗ ਸੇਵ ਨੇ ਵੀ ਜਿਹਦੇ ਐਗਜ਼ਾਮਪਲਸ ਵੀ ਨਾਲ ਗੁਰਬਾਣੀ ਚੋਂ ਸਾਨੂੰ ਤੁਕਾਂ ਕੋਟ ਕਰਕੇ ਦੱਸੀਆਂ। ਔਰ ਦੂਸਰਾ ਹੈ ਵਿਆਕਰਣਕ ਭੇਦ ਭਾਵ, ਸਿਹਾਰੀ ਲੱਗਣ ਨਾਲ ਜਾਂ ਮੁਕਤਾ ਜਾਂ ਔਂਕੜ ਦੇ ਨਾਲ ਉਹਦੀ ਅਰਥ ਕੀ ਨਿਕਲਦੇ ਨੇ, ਕਿਸ ਤਰ੍ਹਾਂ ਉਹਨੂੰ ਵਰਤਣਾ ਹੈ, ਉਹ ਵੀ ਸਮਝਣ ਦੀ ਲੋੜ ਹੈ। ਸੋ ਗੁਰਬਾਣੀ ਨੂੰ ਸਮਝਣ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਬੜੀ ਜ਼ਰੂਰਤ ਹੈ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਇਹ ਅਣਗਹਿਲੀ ਹੋ ਜਾਂਦੀ ਹੈ। ਅਸੀਂ ਸਿਰਫ ਪਾਠ ਕਰਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਸਮਝਣ ਲਈ ਸਾਨੂੰ ਵਾਰਤਕ ਸ਼ਬਦਾਂ ਦੇ ਜਿਹੜੇ ਇੱਕ ਸ਼ਬਦ ਦੇ ਇੱਕ ਤੋਂ ਜ਼ਿਆਦਾ ਅਰਥ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਪਏਗਾ, ਵਿਆਕਰਣਕ ਨਿਯਮਾਂ ਦਾ ਵੀ ਖਿਆਲ ਰੱਖਣਾ ਪਏਗਾ। ਪਰ ਬਹੁਤ ਸਾਰੇ ਪ੍ਰਚਾਰਕ ਵੀਰ ਵੀ, ਚਾਹੇ ਉਹ ਕਥਾ ਕਰਦੇ ਹੋਣ ਜਾਂ ਖਾਸ ਕਰਕੇ ਕੀਰਤਨ ਕਰਦੇ ਹੋਣ, ਉਹ ਵੀ ਇਹਨਾਂ ਚੀਜ਼ਾਂ ਦਾ, ਖਾਸ ਕਰਕੇ ਵਿਆਕਰਣਕ ਭੇਦਾਂ ਦਾ ਕਈ ਵਾਰ ਖਿਆਲ ਨਹੀਂ ਰੱਖਦੇ। ਉਹਨਾਂ ਨੂੰ ਸਭ ਨੂੰ ਬੇਨਤੀ ਹੈ ਵੀ ਇਹ ਜ਼ਰੂਰੀ ਹੈ ਵੀ ਅਸੀਂ ਬਾਣੀ ਨੂੰ ਚੰਗੀ ਤਰ੍ਹਾਂ ਸਮਝ ਕੇ ਜਿਸ ਵੇਲੇ ਪੜ੍ਹਾਂਗੇ ਜਾਂ ਪ੍ਰਚਾਰਾਂਗੇ ਤਾਂ ਸੰਗਤਾਂ ਨੂੰ ਵੀ ਉਹਦਾ ਸਹੀ ਲਾਭ ਜਿਹੜਾ ਪ੍ਰਾਪਤ ਹੋਏਗਾ। ਧੰਨਵਾਦ ਜੀ ਸਾਧ ਸੰਗਤ ਜੀ। ਅਗਲਾ ਜੋ ਸ਼ਬਦ ਹੈ, ਮਗਰ ਸਵਾਲ ਹੈ, ਉਹ ਡਾਕਟਰ ਸੁਰਿੰਦਰ ਸਿੰਘ ਜੀ ਵੱਲੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1292 ਤੇ ਇਹ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ। ਸ਼ਬਦ ਬੜਾ ਲੰਬਾ ਹੈ ਔਰ ਉਸ ਸ਼ਬਦ ਦੀ ਸ਼ਬਦਾਵਲੀ ਵੀ ਜਿਹੜੀ ਹੈ ਨਾ ਉਹ ਕਾਫੀ ਔਖੀ ਹੈ, ਕਿਉਂਕਿ ਉਹਦੇ 'ਚ ਬਹੁਤ ਸਾਰੀਆਂ ਉਦਾਹਰਣਾਂ ਜਿਹੜੀਆਂ ਨੇ ਉਹ ਮਿਥੋਲੋਜੀਕਲ ਔਰ ਹਿਸਟੋਰੀਕਲ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹਨਾਂ 'ਚ ਭਗਤ ਜੀ ਨੇ ਐਕਸਪਲੇਨ ਕੀਤੀਆਂ ਨੇ। ਤੇ ਉਹਨਾਂ 'ਚੋਂ 1292 ਪੰਨੇ ਤੇ ਜਿੱਥੇ ਤੁਕ ਆਉਂਦੀ ਹੈ ਜੀ, ਜਾਂਚੈ ਕਰ ਲక్ష్ਮੀ ਕੁਆਰੀ, ਚੰਦ ਸੂਰਜ ਦੀਵੜੇ, ਕੌਤਕ ਕਾਲ ਬੱਪੜਾ, ਕੋਟਵਾਲ ਸੋ ਕਰਾ ਸ੍ਰੀ। ਵੀਰ ਜੀ ਦਾ ਸਵਾਲ ਇਹ ਹੈ ਕਿ ਇਹ ਸੋ ਕਰਾ 2 ਅੱਖਰ ਨੇ ਕਿ ਸੁਕਰਾ 1 ਅੱਖਰ ਹੈ। ਬੇਨਤੀ ਹੈ ਵੀਰ ਤਜਿੰਦਰ ਸਿੰਘ ਜੀ, ਆਪਣੇ ਆਪ ਨੂੰ ਅਨਮਿਊਟ ਕਰਕੇ ਸਾਨੂੰ ਕਿਰਪਾ ਕਰਕੇ ਇਹ ਬੜਾ ਔਖਾ ਕੁਐਸਚਨ ਹੈ, ਇਹ ਸਾਨੂੰ ਹੱਲ ਕਰੋ ਜੀ। ਵੀਰ ਤਜਿੰਦਰ ਸਿੰਘ ਜੀ ਅਨਮਿਊਟ ਕਰ ਲਓ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸੁਰਿੰਦਰ ਸਿੰਘ ਜੀ ਦਾ ਧੰਨਵਾਦ ਹੈ ਕਿ ਉਹ ਆਪ ਨੇ ਵਿਦਵਾਨ ਹੈ, ਲੇਕਿਨ ਫਿਰ ਵੀ ਉਹਨਾਂ ਨੇ ਇਸ ਗੁਰਮਤਿ ਕਲਾਸ ਦੇ ਵਿੱਚ ਆਪਣਾ ਜਿਹੜਾ ਸਵਾਲ ਭੇਜਿਆ ਹੈ ਤੇ ਜਿੰਨੀ ਕੁ ਸਮਝ ਹੈ ਉਸ ਮੁਤਾਬਕ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਜਿਵੇਂ 1292 ਅੰਕ ਦੇ ਉੱਤੇ ਜਿਹੜਾ ਰਾਗ ਮਲਾਰ ਵਿੱਚ ਬਾਣੀ ਭਗਤ ਨਾਮਦੇਵ ਜੀ ਕੀ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਸ ਦਾ ਜਿਹੜਾ ਆਰੰਭ ਹੈ ਉਹ ਰਹਾਉ ਤੋਂ ਹੈ। ਸੇਵੀਲੇ ਗੋਪਾਲ ਰਾਏ ਅਕੁਲ ਨਿਰੰਜਨ, ਭਗਤ ਦਾਨ ਦੀਜੇ ਜਾਂਚੈ ਸੰਤ ਜਨ। ਕਿ ਇਸ ਰਹਾਉ ਦੇ ਵਿੱਚ ਇਹ ਹੈ ਕਿ ਜਿਹੜੇ ਭਗਤ ਜਨ ਹਨ ਉਹ ਅਕੁਲ ਨਿਰੰਜਨ ਅਕਾਲ ਪੁਰਖ ਦਾ ਸਿਮਰਨ ਜਿਹੜੇ ਹਨ ਉਹ ਕਰਦੇ ਹਨ ਔਰ ਇਹੀ ਜਿਹੜੇ ਹਨ ਦਾਨ ਮੰਗਦੇ ਹਨ ਕਿ ਅਸੀਂ ਹਮੇਸ਼ਾ ਹੀ ਪ੍ਰਭੂ ਦਾ ਸਿਮਰਨ ਕਰਦੇ ਰਹੀਏ। ਤੋ ਇਸ ਜਿਹੜਾ ਰਹਾਉ ਤੋਂ ਬਾਅਦ ਜਿਹੜੀ ਅਗਲੀ ਪੰਕਤੀ ਆਉਂਦੀ ਹੈ ਉਸਦੇ ਅੱਗੋਂ ਅਜਿਹਾ ਕਿ ਜਾਂਚੈ ਘਰ ਕੁਲਾਲ ਬ੍ਰਹਮਾ, ਚਤਰ ਮੁਖ ਡਾਵੜਾ, ਜਿਨ ਵਿਸ਼ਵ ਸੰਸਾਰ ਰਾਚੀਲੇ, ਜਾਂਚੈ ਘਰ ਈਸ਼ਰ ਬਾਵਲਾ, ਜਗਤ ਗੁਰੂ ਤਤ ਸਾਰਖਾ ਗਿਆਨ ਆਖੀਲੇ। ਤੋ ਇਹ ਜਿਹੜੇ ਪੰਕਤੀਆਂ ਇਹ ਦੂਸਰਾ ਪਤਾ ਹੈ ਜੀ, ਪਹਿਲਾ ਦੂਸਰਾ ਜਾਂਚੈ ਕਰ ਦਿਖਦੀ। ਹਾਂਜੀ ਹਾਂਜੀ। ਤੋ ਜਿਸ ਪਦੇ ਦੀ ਅਸੀਂ ਗੱਲ ਕਰ ਰਹੇ ਹਾਂ, ਅਸੀਂ ਇੱਥੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਇਸ ਦੇ ਵਿੱਚ ਜੋ ਭਗਤ ਨਾਮਦੇਵ ਜੀ ਸਾਨੂੰ ਸਮਝਾ ਰਹੇ ਹਨ ਉਹ ਇਹ ਸਾਨੂੰ ਸਮਝਾ ਰਹੇ ਹਨ ਕਿ ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖਾਸ ਕੁੱਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
तो इस तो ਜਿਹੜਾ ਅਗਲਾ ਜਿਹੜਾ ਪਦਾ ਹੈ ਜਿਹੜਾ ਵੀਰ ਜੀ ਨੇ ਰੇਸ ਕੀਤਾ ਕੁਐਸਚਨ, ਉਹ ਜਿੱਥੇ ਇਹ ਗੱਲ ਦੱਸੀ ਹੈ ਕਿ ਉਹ ਪ੍ਰਮਾਤਮਾ ਇੰਨਾ ਬੇਅੰਤ ਹੈ ਕਿ ਉਹਦੇ ਘਰ ਦੇ ਵਿੱਚ ਵੱਡੇ ਵੱਡੇ ਜਿਹੜੇ ਦੇਵੀ ਦੇਵਤੇ ਜਿਹਨੂੰ ਦੁਨੀਆ ਮੰਨਦੀ ਹੈ, ਜਿਹੜੀ ਦੁਨੀਆ ਉਹਨਾਂ ਨੂੰ ਪੂਜਦੀ ਹੈ ਔਰ ਉਹਨਾਂ ਤੋਂ ਵਰ ਵਗੈਰਾ ਮੰਗਦੀ ਹੈ, ਉਹ ਸਾਰੇ ਹੀ ਪ੍ਰਮਾਤਮਾ ਦੇ ਦਰ ਦੇ ਉੱਪਰ ਬੜੇ ਮਾਮੂਲੀ ਜਿਹੇ ਤੌਰ ਦੇ ਉੱਪਰ ਉਹਨਾਂ ਨੂੰ ਮੰਨਿਆ ਗਿਆ ਹੈ। ਕੋਈ ਉਹਨਾਂ ਦੀ ਖਾਸ ਜਿਹੜੀ ਆ ਇੰਪੋਰਟੈਂਸ ਨਹੀਂ ਦੱਸੀ ਗਈ ਹੈ। ਔਰ ਜਿੱਥੇ ਇਹ ਜਿਹੜਾ ਪਦਾ ਹੈ ਜਿਹਦੇ ਘਰ ਦੂਸਰਾ ਪਦਾ ਹੈ, ਜਾਂਚੈ ਘਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ ਕੋਟਵਾਲ ਸੋ ਕਰਾ ਸਿਰੀ। ਸੋ ਇਹ ਜਿਹੜਾ ਸ਼ਬਦ ਹੈ ਇਹਦੇ ਚ ਅਖੀਰਲੀ ਪੰਕਤੀ ਚ ਸਵਾਲ ਇਹ ਕੀਤਾ ਗਿਆ ਸੀਗਾ ਕਿ ਕੋਟਵਾਲ ਤੋਂ ਬਾਅਦ ਸੋ ਕਰਾ ਅਲੱਗ-ਅਲੱਗ ਹੈ, ਸੂ ਔਰ ਕਰਾ, ਜਾਂ ਸੂ ਕਰਾ ਇਕੱਠਾ ਹੈ। ਤੋ ਜਦੋਂ ਪੈਨਲ ਦੀ ਡਿਸਕਸ਼ਨ ਹੋ ਰਹੀ ਸੀ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਸੀਗੀ ਕਿ ਕੋਈ ਵਿਦਵਾਨ ਜਿਹੜੇ ਕਥਾਕਾਰ ਹਨ ਉਹਨਾਂ ਨੇ ਇਹਦੇ ਅਰਥ ਕੀਤੇ ਹਨ ਕਿ ਸੁਕਰਾ ਇਕੱਠਾ ਕੀਤਾ ਹੈ, ਔਰ ਸੁਕਰਾ ਜਿਹੜਾ ਹੈ ਉਹ ਕਿਸੇ ਰਿਸ਼ੀ ਦਾ ਜ਼ਿਕਰ ਕੀਤਾ ਗਿਆ। ਤੋ ਮੈਂ ਇੱਥੇ ਬੇਨਤੀ ਕਰਨਾ ਚਾਹਨਾ ਕਿ ਇਸ ਦੇ ਆਪਾਂ ਜਦੋਂ ਅਰਥ ਕਰਾਂਗੇ ਇਸ ਪਦੇ ਦੇ ਤੇ ਸਾਨੂੰ ਸਮਝ ਆ ਜਾਏਗੀ ਕਿ ਜਾਂਚ ਹੈ ਘਰ ਲక్ష్ਮੀ ਕੁਆਰੀ, ਕਿ ਉਸ ਪਰਮਾਤਮਾ ਦੇ ਦਰ ਦੇ ਉੱਪਰ ਜਿਹੜੀ ਲక్ష్ਮੀ ਹੈ, ਮਾਇਆ ਹੈ, ਉਹ ਸਦਾ ਹੀ ਜਵਾਨ ਰਹਿੰਦੀ ਹੈ। ਭਾਵ ਜਿਹਦੇ ਕੋਲ ਜੋਬਨ ਹਮੇਸ਼ਾ ਹੀ ਰਹਿੰਦਾ ਹੈ। ਕਦੀ ਕਿਸੇ ਨੇ ਦੇਖਿਆ ਕਿ ਮਾਇਆ ਕੋਈ ਕਹੇ ਕਿ ਮੈਨੂੰ ਮਾਇਆ ਨਹੀਂ ਚਾਹੀਦੀ, ਹਮੇਸ਼ਾ ਮਾਇਆ ਦੀ ਜਿਹੜੀ ਲੋੜ ਹੈ ਉਹ ਹਮੇਸ਼ਾ ਹੀ ਰਹਿੰਦੀ ਹੈ। ਤੇ ਉਹ ਮਾਇਆ ਹਮੇਸ਼ਾ ਹੀ ਜਿਹੜੀ ਹੈ ਉਹ ਜਵਾਨ ਰਹਿੰਦੀ ਹੈ, ਕਦੀ ਉਹ ਜਿਹੜੀ ਹੈ ਉਹਦੀ ਕੀਮਤ ਘਟਦੀ ਨਹੀਂ ਹੈ। ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ। ਇਹ ਚੰਦ ਔਰ ਸੂਰਜ ਜਿਹਨੂੰ ਦੁਨੀਆ ਪੂਜਦੀ ਹੈ ਉਸ ਦੇ ਮਹਿਲ ਦੇ ਮਾਨੋ ਨਿੱਕੇ ਜਿਹੇ ਦੀਵੇ ਹਨ। ਜਿਸ ਕਾਲ ਦਾ ਹਾਲਾ, ਇੱਥੇ ਮੈਂ ਹਾਲਾ ਦੀ ਬੇਨਤੀ ਕਰਨਾ ਚਾਹੁੰਦਾ ਕਿ ਹਾਲਾ ਹੁੰਦਾ ਹੈ ਟੈਕਸਟ, ਕਿ ਜਿਹੜਾ ਇੱਕ ਹੱਲ ਵਾਹੁੰਦਾ ਸੀਗਾ ਪੁਰਾਤਨ ਸਮੇਂ ਅੰਦਰ, ਉਹਨੂੰ ਇੱਕ ਜਿਹੜਾ ਯੂਨਿਟ ਸਮਝ ਕੇ, ਇੱਕ ਹੱਲ ਦਾ ਯੂਨਿਟ ਸਮਝ ਕੇ ਉੱਤੇ ਟੈਕਸ ਲਾਇਆ ਜਾਂਦਾ ਸੀਗਾ। ਤੇ ਜਿਹਦੇ ਕੋਲ ਦੋ ਹੱਲ ਹੁੰਦੇ ਸਨ ਉਹਦੇ ਤੇ ਡਬਲ ਟੈਕਸ ਹੁੰਦਾ ਸੀ। ਤੋ ਜਿਸ ਕਾਲ ਦਾ ਹਾਲਾ, ਭਾਵ ਜਿਸ ਜਿਹੜਾ ਕਾਲ ਜਿਹੜਾ ਹੈ ਮੌਤ ਹੈ, ਜਮ ਕਾਲ ਹੈ, ਹਰੇਕ ਜੀਵ ਦੇ ਸਿਰ ਤੇ ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਜਿਹੜਾ ਹੈ ਥਰ ਥਰ ਕੰਬਦਾ ਹੈ। ਜਿਵੇਂ ਟੈਕਸ ਤੋਂ ਬੰਦੇ ਡਰਦੇ ਹਨ, ਇਸ ਤਰ੍ਹਾਂ ਹੀ ਉਸ ਕਾਲ ਤੋਂ ਵੀ ਜਮਦੂਤ ਤੋਂ ਵੀ ਡਰਦੇ ਹਨ। ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ ਥਰ ਕੰਬਦਾ ਹੈ, ਤੇ ਜੋ ਕਾਲ ਇਸ ਜਗਤ ਰੂਪ ਸ਼ਹਿਰ ਦੇ ਸਿਰ ਉੱਤੇ ਕੋਤਵਾਲ ਹੈ, ਉਹ ਕਾਲ ਵਿਚਾਰਾ ਉਸ ਪਰਮਾਤਮਾ ਦੇ ਘਰ ਵਿੱਚ ਮਾਨੋ ਇੱਕ ਖਿਡੌਣਾ ਹੈ। ਸੋ ਕੌਤਕ ਕਾਲ ਬਪੜਾ ਦਾ ਭਾਵ ਹੈ ਕਿ ਉਹ ਇੱਕ ਕਾਲ ਉਸ ਪਰਮਾਤਮਾ ਦੇ ਦਰ ਦੇ ਉੱਪਰ ਇੱਕ ਖਿਡੌਣਾ ਹੈ, ਤੇ ਉਹ ਜਿਹੜਾ ਕਾਲ ਹੈ ਉਹ ਸਾਰਿਆਂ ਦੇ ਸਿਰ ਦੇ ਉੱਪਰ ਜਿਹੜਾ ਹੈ ਉਹ ਟਿਕਿਆ ਹੋਇਆ ਹੈ। ਇਸ ਭਾਵ ਦੇ ਜਿਹੜੇ ਹਨ ਸਾਨੂੰ ਗੁਰਬਾਣੀ ਵਿੱਚੋਂ ਵੀ ਜਿਹੜੇ ਹਨ ਉਹ ਅਰਥ ਸਾਨੂੰ ਮਿਲਦੇ ਹਨ ਕਿ ਹਾਂਜੀ, ਉਹਦੇ ਚ ਹੈ ਕਿ ਜਿੱਥੇ ਕਿ ਕਾਲ ਏਰੀ ਫਿਰੇ ਬਦਕ ਜਿਉ ਕਹੋ ਕਵਣ ਵਿਦ ਕੀਜੈ, ਕਿ ਕਾਲ ਜਿਹੜਾ ਹੈ ਕਾਲ ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ ਹਿਰਨ ਆਦਿਕ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ। ਦੱਸੋ ਇਸ ਸ਼ਿਕਾਰ ਬਚਣ ਲਈ ਕਿਆ ਯਤਨ ਕੀਤਾ ਜਾ ਸਕਦਾ ਹੈ। ਆਪ ਇਸ ਸ਼ਬਦ ਦੇ ਅੰਦਰ ਵੀ ਨਾਸਰੀ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਹੈ, ਉੱਥੇ ਵੀ ਕਾਲ ਨੂੰ ਇੱਕ ਬਦਕ, ਅਹੇਰੀ ਔਰ ਬਦਕ ਦੇ ਭਾਵ ਸ਼ਿਕਾਰੀ ਹੀ ਹਨ, ਕਿ ਇੱਕ ਕਾਲ ਜਿਹੜਾ ਹੈ ਉਹ ਸਿਰ ਦੇ ਉੱਪਰ ਟਿਕਿਆ ਹੋਇਆ ਹੈ। ਜਾਂ ਜਮ ਧਾਏ ਕੇਸ ਗਏ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ। ਇੱਥੇ ਵੀ ਇਹ ਕਿਹਾ ਕਿ ਜਦੋਂ ਜਮ ਅਚਨਚੇਤ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇਗਾ, ਕਾਲ ਦੇ ਮੂੰਹ ਵਿੱਚ ਪਹੁੰਚੇ ਹੋਏ ਨੂੰ ਤੈਨੂੰ ਸਿਮਰਨ ਦੀ ਸੁਰਤ ਨਹੀਂ ਆ ਸਕੇਗੀ। ਤੋ ਇਹ ਵੀ ਜਿਹੜਾ ਰਾਮਕਲੀ ਮਹਲਾ ਪਹਿਲਾ ਅਸ਼ਟਪਦੀਆਂ ਦੇ ਵਿੱਚ ਇਹ ਜਿਹੜਾ ਹੈ ਸ਼ਬਦ ਮਿਲਦਾ ਹੈ। ਅਗਲਾ ਇੱਕ ਹੋਰ ਸ਼ਬਦ ਜਬ ਤੇ ਪਕੜਾ ਹਰ ਕੋ ਨਾਮ ਚੜਾਵਨ, ਜਦੋਂ ਦੂਰ ਆ ਕੇ ਕਿਸਾਂ ਤੋਂ ਜਦੋਂ ਮੌਤ ਸਿਰ ਤੇ ਆ ਜਾਂਦੀ ਹੈ, ਲੈ ਪਰਮਾਤਮਾ ਦਾ ਨਾਮ ਹੀ ਮੌਤ ਦੇ ਸਹਿਮ ਤੋਂ ਬਚਾਉਂਦਾ ਹੈ। ਜੋ ਜਮ ਆਏ ਕਿਸ ਗਏ ਤਾਂ ਦਿਨ ਕੇ ਨਾ ਬਸਾਏਗਾ। ਇਹ ਮਨ ਜਦੋਂ ਜਮ ਨੇ ਆ ਕੇ ਕਿਸਾਂ ਤੋਂ ਫੜ ਕੇ ਤੈਨੂੰ ਜੇ ਪਟਕਾਇਆ ਤਾਂ
तेरी उस अगे कोई पेश नहीं जाएगी, मारू ਦਾ ਜਿਹੜਾ ਹੈ ਉਹ ਸ਼ਬਦ ਹੈ। तो ਅਸੀਂ ਇੱਥੇ ਇਹ ਗੱਲ ਸਾਨੂੰ ਸਮਝ ਵਿੱਚ ਆ ਗਈ ਕਿ ਇੱਥੇ ਜਿਹੜੀ ਗੱਲ ਹੈ ਉਹ ਕਾਲ ਦੀ ਗੱਲ ਕਰੀ ਹੈ ਕਿ ਉਹ ਕਾਲ ਜਿਹੜਾ ਹੈ ਉਹ ਸਾਡੇ ਸਿਰ ਦੇ ਉੱਤੇ ਜਿਹੜਾ ਹੈ ਹਮੇਸ਼ਾ ਹੀ ਟਿਕਿਆ ਹੋਇਆ ਹੈ ਤੇ ਉਸ ਦੇ ਸਿਰ ਦੇ ਸਾਨੂੰ ਟਿਕਣ ਕਰਕੇ ਸਾਡਾ ਹੈ ਉਹ ਦਿਮਾਗ ਦੇ ਉੱਤੇ ਹਮੇਸ਼ਾ ਪ੍ਰੈਸ਼ਰ ਰਹਿੰਦਾ ਹੈ ਤੇ ਇਹ ਇੱਕ ਮਾਮੂਲੀ ਜਿਹਾ ਜਿਹਦਾ ਸਾਰੀ ਦੁਨੀਆ ਜਿਹੜੀ ਹੈ ਉਹ ਉਸ ਤੋਂ ਤਰ ਕੰਬਦੀ ਹੈ, ਉਹ ਇੱਕ ਖਿਡੌਣਾ ਜਿਹਾ ਹੈ ਉਸ परमात्मा ਦੇ ਦਰ ਦੇ ਤੇ ਇਹ ਜੋ ਸੋ ਕਰਾ ਕਰਕੇ ਹੈ ਸੋ ਮੈਨੇ ਉਹ ਕਰਾ ਮੈਨੇ ਉਸ ਨੂੰ ਕੀਤਾ ਹੋਇਆ ਹੈ, ਸਿਰੀ ਮੈਨੇ ਸਾਡੇ ਸਿਰ ਦੇ ਉੱਤੇ ਤੇ ਉਸ परमात्मा ਨੇ ਉਹ ਕਾਲ ਜਮਕਾਲ ਜਿਸ ਤੋਂ ਸਾਰੀ ਦੁਨੀਆ ਡਰਦੀ ਹੈ ਉਹ परमात्मा ਦੇ ਡਰ ਤੇ ਇੱਕ ਨਿੱਕਾ ਜਿਹਾ ਖਿਡੌਣਾ ਹੈ, ਉਹ ਸਾਡੇ ਸਿਰ ਦੇ ਉੱਤੇ ਉਸ ਦਾ ਜਿਹੜਾ ਹੈ ਉਹ ਟਿਕਿਆ ਹੋਇਆ ਹੈ ਜਮਕਾਲ। ਜਿੱਥੇ ਸੁਕਰਾ ਦੀ ਗੱਲ ਹੈ तो पिछली बारी डिस्कशन में गल हुई सी कि सुकरा जड़ा है वो कोई ऋषि है तो मैं उसकी डिटेल भी आप जी के सामने रखना चाहता हाँ कि हिंदू मैथोलॉजी के विच जड़ा है शुक्रा, ये शुक्रा शॉर्ट नेम है, ये इसका असल नाम जड़ा है वो शुक्राचार्य भी है ते असुराचार्य भी है। शुक्राचार्य और असुराचार्य ये भृगु ऋषि का जड़ा है वो बच्चा है। तो ये ਜਿਹੜੇ 7 ऋषि ਮੰਨੇ ਗਏ ਹਨ ਉਹਨਾਂ ਵਿੱਚੋਂ ਇਹ ਜਿਹੜੇ ਹਨ ਜਿਹੜੇ ऋषि ਹਨ ਉਹਨਾਂ ਵਿੱਚੋਂ ਇਹ ਸ਼ੁਕਰਾ ऋषि ਜਿਹੜਾ ਹੈ ਇਸ ਦਾ ਨਾਮ ਜਿਹੜਾ ਲਿਖਿਆ ਗਿਆ ਹੈ। तो ਇਹਦੇ ਪਿਤਾ ਜੀ ਜਿਹੜੇ ਭ੍ਰਿਗੂ ਹਨ ਉਹਨਾਂ ਦਾ ਭ੍ਰਿਗੂ ਜਿਹੜੀ ਸਾਹਿਤਾ ਹੈ ਉਹ ਅੱਜ ਕੱਲ੍ਹ ਵੀ ਬਾਜ਼ਾਰ ਦੇ ਵਿੱਚ ਕਾਫੀ ਜਿਹੜੀ ਹੈ ਉਹ ਮਸ਼ਹੂਰ ਹੈ ਲੱਗੀ ਜਾਂਦੀ ਹੈ। ਔਰ ਇੱਥੇ ਤੱਕ ਨੇ ਕਿ ਇਹਨਾਂ ਦੀ ਜਿਹੜੀ ਇਸਨੇ शिव जी ਕੋਲੋਂ ਸੰਜੀਵਨੀ ਦਾ ਵਰ ਲਿਆ ਸੀ शुक्राचार्य ने असुराचार्य ने तो वह मरे हुए बंदे नूं जिंदा कर दिंदा सी ते असुर जदों जिस वेले जिहड़ा है वो जिहड़ा डिस्ट्रीब्यूशन होण लगी समुद्र नूं उन्हां ने मंथया उसते जिहड़े असुरां नूं जिहड़े मार दिंदे सन, जिहड़े विष्णु जी मार दिंदे सन, दूजे मार दिंदे सन ते ओह इन्हां कोल आ करके उन्हां नूं जिंदा कर दिंदे सन ते इन्हां ने अपनी जिहड़ी असुराचार्य या शुक्राचार्य है ਇਹਨਾਂ ਨੇ ਆਪਣੀ ਆਪ ਨੂੰ ਦੋ ਹਿੱਸਿਆਂ 'ਚ ਵੰਡਿਆ ਸੀਗਾ। ਇੱਕ ਜਿਹੜੀ ਨੌਲੇਜ ਸੀ ਉਹ ਜਿਹੜੀ ਇਹਨਾਂ ਨੇ ਅਸੁਰਾਂ ਵਾਸਤੇ ਰੱਖੀ ਸੀਗੀ ਤੇ ਇੱਕ ਦੇਵਤਿਆਂ ਵਾਸਤੇ ਰੱਖੀ ਸੀਗੀ ਤੇ ਜਦੋਂ ਕੋਈ ਦੇਵਤਾ ਆ ਜਾਂਦਾ ਸੀਗਾ ਇਹਨਾਂ ਕੋਲ ਮ੍ਰਿਤਕ ਹੋ ਕੇ ਕੋਈ ਲੈ ਆਉਂਦਾ ਸੀ ਉਹਨੂੰ ਜਿੰਦਾ ਕਰਦੇ ਸਨ। तो ਇਹਨਾਂ ਦੀ ਮਾਂ ਜਿਹੜੀ ਸੀਗੀ ਉਹਨੂੰ ਕਵਿਆ ਮਾਤਾ ਨਾਂ ਸੀ, ਉਹ ਵੀ ਇਹੀ ਕੰਮ ਕਰਦੀ ਸੀ ਤੇ ਵਿਸ਼ਨੂੰ ਜੀ ਨੇ ਉਹਨਾਂ ਨੂੰ ਮਨਾ ਕੀਤਾ ਵੀ ਤੂੰ ਇਹ ਕੰਮ ਨਹੀਂ ਕਰਨਾ, ਇਹ ਕੰਮ ਨਾ ਕਰੇ। ਲੇਕਿਨ ਉਹਨੇ ਕਿਹਾ ਵੀ ਮੇਰੇ ਕੋਲ ਜਿਹੜਾ ਆਏਗਾ ਮੈਂ ਉਹਨੂੰ ਬਚਾਵਾਂਗੀ। ਵਿਸ਼ਨੂੰ ਜੀ ਨੇ ਚੱਕਰ ਸੁਦਰਸ਼ਨ ਚੱਕਰ ਦੇ ਨਾਲ ਉਸ ਦੀ ਮਾਤਾ ਦਾ ਜਿਹੜਾ ਵਧ ਕਰ ਦਿੱਤਾ। तो ਇਹ ਸਾਡੇ ਕੋਲ ਡਿਟੇਲ ਆਉਂਦੀ ਹੈ ਤੇ ਉਹ ਇਸ ਸ਼ਬਦ ਦੇ ਵਿੱਚ ਕਿਤੇ ਵੀ ਨਹੀਂ ਹੁੰਦਾ। ਉਹ ਸ਼ੁਕਰਾ ਜਿਹੜਾ ਹੈ ਉਸ ਨੂੰ ਪਰਮਾਤਮਾ ਨੇ ਆਪਣੇ ਦਰ ਤੇ ਕਿਸੇ ਤਰੀਕੇ ਦਾ ਵੀ ਕੋਤਵਾਲ ਨਿਯਤ ਕੀਤਾ ਹੋਵੇ ਜਾਂ ਜਿਹਦੇ ਤੋਂ ਦੁਨੀਆ ਤਰ ਕੰਬਦੀ ਹੈ, ਉਹਦਾ ਲਿਮਟਡ ਜਿਹੜਾ ਰਿਲੇਸ਼ਨ ਹੈ ਉਹ ਅਸੁਰਾਂ ਦੇ ਨਾਲ ਔਰ ਦੇਵਤਿਆਂ ਨਾਲ ਹੈ। ਜਿਸ ਵੇਲੇ ਉਹ ਡਿਸਟ੍ਰੀਬਿਊਸ਼ਨ ਹੁੰਦੀ ਹੈ ਉਹ ਇਹ ਡਿਟੇਲ ਜਿਹੜੀ ਹੈ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਹੈ। तो अर्थ वही हैं जो डॉक्टर साहब सिंगरा ने ਜਿਹੜੇ ਕੀਤੇ ਹਨ ਅਰਥ ਆਪਣੇ ਵਿੱਚ, ਤੇ ਉਹ ਬਿਲਕੁਲ ਠੀਕ ਹਨ ਕਿ ਕੋਤਵਾਲ ਜਿਹੜਾ ਜਮਕਾਲੀ ਹੈ ਜਿਸ ਨੂੰ ਸਾਡੇ ਸਿਰਾਂ ਦੇ ਉੱਤੇ ਨਿਯਤ ਕੀਤਾ ਹੋਇਆ ਹੈ, ਜਿਸ ਤੋਂ ਸਾਰੀ ਦੁਨੀਆ ਡਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਜਿੰਦਰ ਸਿੰਘ ਜੀ, ਤੁਸੀਂ ਬਹੁਤ ਹੀ ਮਿਹਨਤ ਨਾਲ ਖੋਜ ਕੀਤੀ। ਈਵਨ ਜਿਹੜੀ ਮਿਥਿਹਾਸਕ ਸਟੋਰੀਜ਼ ਨੇ ਸੋ ਕਾਲਡ ਵੀ ਉਹ ਹੈ ਨੇ, ਤੁਸੀਂ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ। ਭਾਵੇਂ ਸਾਡਾ ਉਹਨਾਂ ਸਟੋਰੀਜ਼ ਨਾਲ ਤਾਲੁਕ ਨਹੀਂ ਹੈ, ਪਰ ਇਹੋ ਜਿਹੇ ਜਿੱਥੇ ਸਵਾਲ ਆ ਜਾਂਦੇ ਨੇ ਉੱਥੇ ਸਮਝਣਾ ਜ਼ਰੂਰੀ ਹੈ। ਤਾਂ ਤੇਜਿੰਦਰ ਸਿੰਘ ਜੀ ਨੇ ਬੜੀ ਮਿਹਨਤ ਨਾਲ ਇਸ ਜਿਹੜਾ ਸਵਾਲ ਹੈ ਉਹਦਾ ਅਰਥ ਸਾਨੂੰ ਸਮਝਾਇਆ ਹੈ। ਤਾਂ ਸਤ ਸੰਗਤ ਜੀ, ਗੱਲ ਇਹ ਹੈ ਕਿ ਕਿਉਂਕਿ ਕਥਾਕਾਰ ਵੱਖ-ਵੱਖ ਤਰ੍ਹਾਂ, ਜਿਸ ਤਰ੍ਹਾਂ ਦੀ ਜਿਵੇਂ ਵੀਰ ਜੀ ਨੇ ਦੋਨੋਂ ਵਰਜਨ ਦੱਸੀਆਂ ਨੇ ਬਈ ਅਸਲ ਕੀ ਹੈ, ਕੋਟਵਾਲ ਕਿਹੜਾ ਜਾਂ ਸੋ ਕਾਲ ਜਿਹੜਾ ਰਿਸ਼ੀ ਬਾਰੇ ਵੀ ਕਿਹਾ ਜਾਂਦਾ, ਕਿਉਂਕਿ ਵੱਖ-ਵੱਖ ਵਰਜਨ ਆਉਂਦੀਆਂ ਨੇ ਸੰਗਤਾਂ ਦੇ ਸਾਹਮਣੇ। तो ਅੱਜ ਦੋਨੋਂ ਵਰਜਨ ਸਾਹਮਣੇ ਰੱਖ ਕੇ ਵੀਰ ਜੀ ਨੇ ਸਾਨੂੰ ਸਪਸ਼ਟ ਕੀਤਾ। तो ਅਸਲ ਗੱਲ ਤੇ ਸਾਧ ਸੰਗਤ ਜੀ ਇਹੀ ਹੈ ਕਿ ਸਰਵਉੱਚ ਪ੍ਰਭੂ ਆਪ ਹੀ ਹੈ। ਬਾਕੀ ਜੇ ਕੋਈ ਕਿਸੇ ਕੋਲ ਪਤਾ ਨਹੀਂ ਤਾਕਤ ਹੈ ਜਾਂ ਨਹੀਂ ਹੈ, ਜੇ ਹੈ ਵੀ ਹੈ ਤਾਂ ਉਹ ਕਿੱਥੋਂ ਲੈ, ਉਹਦਾ ਸੋਰਸ ਸਿਰਫ ਪ੍ਰਭੂ ਹੀ ਹੈ, ਪਰਮਾਤਮਾ ਹੀ ਹੈ, ਵਾਹਿਗੁਰੂ। तो ਇਸ ਕਰਕੇ ਸਾਨੂੰ ਵਾਹਿਗੁਰੂ ਨਾਲ ਜੁੜਨਾ ਚਾਹੀਦਾ।
ਨਾ ਕਿ ਸੋ ਕਾਲ ਕਿਸੇ ਹੋਰ ਸ਼ਕਤੀਆਂ ਦੇ ਮੰਨੇ ਜਾਂਦੇ ਲੋਕਾਂ ਨਾਲ। ਔਰ ਸਾਨੂੰ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦੇ ਨਾਲ ਲਾਇਆ ਔਰ ਇੱਕਾ ਬਾਣੀ ਇੱਕ ਗੁਰ ਦੀ ਗੱਲ ਕੀਤੀ। ਤੋ ਸਾਡੇ ਮਨਾਂ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਤੋ ਮੈਂ ਫਿਰ ਬੇਨਤੀ ਕਰ ਰਿਹਾ ਵੀ ਅਗਰ ਕੋਈ ਦੂਸਰੇ ਮਤਾਂ ਵਾਲੇ ਮੰਨਦੇ ਨੇ ਮੁਬਾਰਕ ਨੇ, ਪਰ ਜੇਕਰ ਕੋਈ ਕਵੇ ਵੀ ਫਲਾਣੇ ਕੋਲ ਸ਼ਕਤੀ ਹੈ ਤਾਂ ਹੋਏਗੀ, ਅਸੀਂ ਇਨਕਾਰ ਨਹੀਂ ਕਰਦੇ, ਪਰ ਉਹ ਸ਼ਕਤੀ ਲਿਆਇਆ ਕਿੱਥੋਂ? ਉਹ ਆਪ ਸ਼ਕਤੀਮਾਨ ਨਹੀਂ ਹੈ। ਸ਼ਕਤੀ ਜਿਹੜੀ ਹੈ ਉਹ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਕੋਲੋਂ ਹੀ ਸਾਰੀਆਂ ਸ਼ਕਤੀਆਂ ਮਿਲਦੀਆਂ ਨੇ। ਤੇ ਕਿਉਂ ਨਾ ਆਪਾਂ ਸਿੱਧੀ ਅਕਾਲ ਪੁਰਖ ਨਾਲ ਹੀ ਜੁੜੀਏ। ਜਿਵੇਂ ਕਬੀਰ ਸਾਹਿਬ ਜੀ ਨੇ ਆਖਿਆ, ਕੋ ਕਬੀਰ ਜਨ ਪਏ ਖਾਲਸੇ। ਤਾਂ ਅਸੀਂ ਸਿਰਫ ਵਾਹਿਗੁਰੂ ਨਾਲ ਜੁੜਨਾ, ਉਰੇ ਪਰੇ ਦੀਆਂ ਸ਼ਕਤੀਆਂ ਹੋਣਗੀਆਂ, ਪਰ ਸਾਨੂੰ ਲੋੜ ਨਹੀਂ, ਅਸੀਂ ਇੱਕ ਪਰਮ ਹਸਤੀ ਜਿਹੜੀ ਹੈ ਵਾਹਿਗੁਰੂ ਜੀ ਹੈ, ਉਹਨਾਂ ਨਾਲ ਜੁੜਨਾ। ਫਿਰ ਵੀ ਇਹੋ ਜਿਹੇ ਸਵਾਲ ਜਿਹੜੇ ਆਉਣ ਦਾ ਕਾਰਨ ਸਾਧ ਸੰਗਤ ਜੀ, ਕਿ ਜਿਸ ਵੇਲੇ ਬੀੜਾਂ ਦਾ ਪਦਛੇਦ ਕੀਤਾ ਗਿਆ, ਕੁਝ ਅੱਖਰ ਜਿਹੜੇ ਜੀ ਉਹਨਾਂ ਦੀ ਬਣਾਵਟ 'ਚ ਫਰਕ ਪੈ ਗਿਆ। ਦੂਸਰੀ ਗੱਲ, ਜਿਸ ਵੇਲੇ ਛਾਪਾਖਾਨੇ 'ਚ ਬੀੜਾਂ ਪਹਿਲੇ ਹੱਥ ਲਿਖਤ ਸਨ, ਜਿਸ ਵੇਲੇ ਛਾਪੇਖਾਨੇ ਆ ਗਏ, ਬੀੜਾਂ ਪ੍ਰਿੰਟ ਹੋ ਗਈਆਂ, ਤਾਂ ਉਹਦੇ 'ਚ ਵੀ ਕਈ ਪ੍ਰਿੰਟਿੰਗ ਕਰਕੇ ਮਿਸਟੇਕਸ ਹੋ ਗਈਆਂ ਨੇ, ਜਿਸ ਕਰਕੇ ਇਹ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਪਰ ਕਿਉਂਕਿ ਹੈ ਨੇ, ਜਿੰਨਾ ਚਿਰ ਹੱਲ ਨਹੀਂ ਹੁੰਦੀਆਂ, ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਇੱਕ ਵਾਰੀ ਫੇਰ ਵੀਰ ਜੀ ਦਾ ਧੰਨਵਾਦ। ਤੋ ਸਾਧ ਸੰਗਤ ਜੀ ਖਿਮਾ ਕਰਨਾ, ਕੁਛ ਇੱਕ ਸਿਗਨਲ ਦੀ ਪ੍ਰੋਬਲਮ ਹੋਣ ਕਰਕੇ ਵੀਰ ਜੀ ਦੇ ਕੁਝ ਅੱਖਰ ਜਿਹੜੇ ਨੇ, ਪਰ ਤਕਰੀਬਨ ਓਵਰਆਲ ਤੇ ਠੀਕ ਸੀ, ਉਹ ਵੀ ਸ਼ਾਇਦ ਸੁਣਨ ਕਿਸੇ ਨੂੰ ਡਿਫਿਕਲਟੀ ਆਈ, ਉਹਦੀ ਅਸੀਂ ਖਿਮਾ ਮੰਗਦੇ। ਤੋ ਆਓ ਸਾਧ ਸੰਗਤ ਜੀ ਆਪਾਂ ਚੱਲੀਏ ਅਗਲੇ ਸਵਾਲ। ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਬੜੀਆਂ ਮਤਲਬ ਵੀ ਸਾਖੀ ਕਹਿ ਕੇ ਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਕਥਾਕਾਰ ਜਿਹੜੇ ਨੇ ਸੁਣਾਉਂਦੇ ਨੇ, ਤੇ ਉਹਨਾਂ 'ਚ ਇੱਕ ਜਿਹੜੀ ਹੈ ਕਦੀ ਕਦਾਈ ਸੁਣਨ ਨੂੰ ਮਿਲਦੀ ਹੈ, ਮੈਂ ਵੀ ਕਈ ਵਾਰੀ ਸੁਣੀ ਹੈ, ਤੁਸੀਂ ਹੋ ਸਕਦਾ ਸੁਣੀ ਹੋਵੇ, ਕਿ ਜਿਸ ਵੇਲੇ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਨੂੰ, ਜਿਹੜੇ ਬਾਅਦ ਚੌਥੇ ਪਾਤਸ਼ਾਹ ਬਣੇ ਨੇ, ਉਹਨਾਂ ਨੇ ਜਿਸ ਵੇਲੇ ਗੁਰਗੱਦੀ ਦੀ ਜ਼ਿੰਮੇਵਾਰੀ ਦੇਣੀ ਸੀ ਤੀਜੇ ਪਾਤਸ਼ਾਹ ਜੀ ਨੇ, ਤਾਂ ਉਸ ਵੇਲੇ ਕੋਈ ਇਹ ਗੱਲ ਆਈ ਕਿ ਸਾਹਮਣੇ ਕਿ ਹੁਣ ਭਾਈ ਜੇਠਾ ਜੀ ਦੀ ਉਮਰ ਬੜੀ ਘੱਟ ਹੈ, ਤਾਂ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਦੇ ਕੁਝ ਵਰ੍ਹੇ ਜਿਹੜੇ ਨੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੇ। ਕਿ ਹੁਣ ਹੋਏ ਨੇ ਕਿ ਨਹੀਂ ਹੋਏ, ਇਹ ਤਾਂ ਵਾਹਿਗੁਰੂ ਜਾਣਦਾ, ਪਰ ਕੀ ਇਹਦੀ ਮਤਲਬ ਇਤਿਹਾਸਕ ਸੱਚਾਈ ਕੀ ਹੈ, ਮੈਂ ਬੇਨਤੀ ਕਰ ਰਿਹਾ ਵੀ MP ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਦੱਸੋ ਵੀ ਇਸ ਕਹਾਣੀ ਦੇ ਪਿੱਛੇ ਕੀ ਰਾਜ਼ ਹੈ। MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਸਿਧਾਂਤਾਂ ਨੂੰ ਜਿਹੜਾ ਹੈ ਉਹ ਆਧਾਰ ਬਣਾ ਕੇ ਹੀ ਸਾਨੂੰ ਕਿਸੇ ਵੀ ਸਵਾਲ ਦਾ ਨਿਰਣਾ ਕਰਨ ਦਾ ਚਾਹੀਦਾ ਹੈ, ਜਾਂ ਗੁਰਬਾਣੀ ਦੇ ਵਿੱਚ ਜੋ ਸਿਧਾਂਤ ਆਏ ਹਨ, ਜੋ ਸੇਧ ਆਈ ਹੈ, ਉਹਦੇ ਤੋਂ ਸੇਧ ਲੈਣੀ ਚਾਹੀਦੀ ਹੈ। ਸਾਖੀਆਂ ਜਿਹੜੀਆਂ ਹਨ ਉਹੀ ਮੰਨਣਯੋਗ ਹਨ ਜਿਹੜੀਆਂ ਗੁਰਮਤ ਸਿਧਾਂਤਾਂ ਦੇ ਅਨੁਕੂਲ ਹੋਣ। ਵੈਸੇ ਸਾਡੇ ਭਾਵੇਂ ਸੋ ਕਾਲਡ ਬਾਲੇ ਵਾਲੀ ਜਨਮ ਸਾਖੀ ਜਾਂ ਈਵਨ ਪੁਰਾਤਨ ਜਨਮ ਸਾਖੀ, ਫਿਰ ਜਾਂ ਜਿਹੜੇ ਸਾਡੇ ਪੁਰਾਣੇ ਹੋਰ ਕਈ ਗ੍ਰੰਥ ਨੇ ਇਤਿਹਾਸਕ, ਜਿਵੇਂ ਕਿ ਕਵੀ ਸੰਤੋਖ ਸਿੰਘ ਜੀ ਦਾ ਗੁਰਪ੍ਰਤਾਪ ਸੂਰਜ ਹੈ, ਤੇ ਗਿਆਨੀ ਗਿਆਨ ਸਿੰਘ ਜੀ ਦੇ ਨੇ, ਇਸ ਤਰ੍ਹਾਂ ਹੋਰ ਕਈ ਸਾਰੇ ਪੁਰਾਤਨ ਜਿਹੜੇ ਮਿਲਦੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਵਰਤਣਾ ਜ਼ਰੂਰ ਹੈ ਆਪਣੇ ਗਿਆਨ 'ਚ ਵਾਧੇ ਵਾਸਤੇ ਤੇ ਪੁਰਾਤਨ ਇਤਿਹਾਸ ਨਾਲ ਜਾਣੂ ਹੋਣ ਵਾਸਤੇ। ਲੇਕਿਨ ਅਗਰ ਜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਕੋਈ ਐਸੀਆਂ ਸਾਖੀਆਂ ਸਾਨੂੰ ਸੁਣਾਈਆਂ ਜਾਂਦੀਆਂ ਨੇ ਜਾਂ ਪੜ੍ਹਨ ਨੂੰ ਮਿਲਦੀਆਂ ਨੇ ਜਿਹੜੀਆਂ ਗੁਰਮਤ ਦੇ ਸਿਧਾਂਤਾਂ ਨੂੰ ਬਿਲਕੁਲ ਨਕਾਰਦੀਆਂ ਹੋਣ, ਉਹਨਾਂ ਦੇ ਉਲਟ ਜਾਂਦੀਆਂ ਹੋਣ, ਤਾਂ ਐਸਾ ਇਤਿਹਾਸ ਜਿਹੜਾ ਹੈ ਉਹਨੂੰ ਰਿਜੈਕਟ ਕਰ ਦੇਣਾ ਚਾਹੀਦਾ ਹੈ। ਇਹ ਸਾਖੀ ਵੀ ਉਸੇ ਕੈਟੇਗਰੀ 'ਚ ਆਉਂਦੀ ਹੈ। ਗੁਰਮਤ ਦੇ ਅਨੁਸਾਰ ਪ੍ਰਭੂ ਪਰਮਾਤਮਾ ਵੱਲੋਂ ਹਰ ਜੀਵ ਦੀ ਉਮਰ ਉਹਦੇ ਜਨਮ ਦੇ ਵੇਲੇ ਹੀ ਨਿਯਤ ਕਰ ਦਿੱਤੀ ਜਾਂਦੀ ਹੈ। ਮਰਨ ਲਿਖਾਏ ਮੰਡਲ में ਆਏ, ਪਿੱਛੇ ਇੱਕ ਸਵਾਲ ਦੇ ਵਿੱਚ ਵੀ ਡਿਸਕਸ਼ਨ ਹੋਈ ਸੀ ਕਿ ਭਈ ਜਦੋਂ ਜੀਵ ਇਸ ਦੁਨੀਆ 'ਚ ਆਉਂਦਾ ਹੈ, ਆਪਣੀ ਮੌਤ ਦਾ ਸਮਾਂ ਉਹ ਨਿਯਤ ਪਰਮਾਤਮਾ ਉਹਦੇ ਵੱਲੋਂ ਕਰਕੇ ਇਹਨੂੰ ਨਾਲ ਭੇਜਦਾ ਹੈ। ਇਹਨੂੰ ਮਸਤਕ ਦੇ ਲੇਖ ਦੇ ਨਾਲ ਵੀ ਕਈ ਵਾਰੀ ਵਰਣਨ ਕੀਤਾ ਜਾਂਦਾ ਹੈ। ਸੋ ਗੁਰਬਾਣੀ ਦੇ ਅੰਦਰ ਇਹ ਗੱਲ ਅਨੇਕਾਂ ਜਗ੍ਹਾ ਤੇ ਦ੍ਰਿੜ ਕਰਵਾਈ ਗਈ ਹੈ ਕਿ ਜੋ ਜੀਵਨ, ਜਿੰਨਾ ਕਿਸੇ ਇਨਸਾਨ ਨੂੰ ਜਿੰਨੇ ਸਵਾਸ ਮਿਲੇ ਹਨ, ਜਿੰਨੀ ਜੀਵਨ ਦੀ ਆਯੂ ਮਿਲੀ ਹੈ, ਉਹ ਨਾ ਵੱਧ ਸਕਦੀ ਹੈ ਨਾ ਘਟ ਸਕਦੀ ਹੈ। तो ਫਰੀਦ ਸਾਹਿਬ ਦਾ ਵੀ ਆਇਆ ਕਿ ਸਾਹੇ ਲਿਖੇ ਨਾ ਚਲਨੀ ਜਿੰਦੂ ਕੋ ਸਮਝਾਏ। ਸਾਹਾ ਇਸੇ ਗੱਲ ਨੂੰ ਡਿਨੋਟ ਕਰਦਾ ਹੈ ਜਿਹੜਾ ਮੌਤ ਦਾ ਸਮਾਂ ਨਿਯਤ ਹੈ। तो अगर जे गुरमत सिद्धांत ये कहता है भी किसी की मौत का समा टल नहीं सकता, बदल नहीं सकता, जो परमात्मा वालों नीयत है। दुनिया के देखो हालात सानू कई बार ਇਹੋ ਜਿਹੇ नजर आ सकते हैं, लै भी ये तो मरदा मरदा बच गया, या इन्हें तो मर जाना सीगा पर ये तो फलाने की बख्शिश की नज़र हो गई तां ये बच गया। वो साडी इंटरप्रिटेशन है।
ਅਸਲ ਵਿੱਚ ਉਹਦੀ ਜਦੋਂ ਮੌਤ ਨੀਅਤ ਸੀ ਉਦੋਂ ਮੌਤ ਉਹਨੂੰ ਉਦੋਂ ਹੀ ਆਈ। ਇਹ ਨਹੀਂ ਹੋ ਸਕਦਾ ਵੀ ਕੋਈ ਦੁਨੀਆਦਾਰ ਕੋਈ ਬੰਦਾ ਇੰਟਰਫੇਅਰ ਕਰਕੇ ਤੇ ਕਿਸੇ ਨੂੰ ਉਮਰ ਵਧਾ ਦੇਵੇ ਜਾਂ ਘਟਾ ਦੇਵੇ। ਜੋ ਅਗਰ ਕਿਸੇ ਦਾ ਕੋਈ ਕਤਲ ਵੀ ਕਰਦਾ ਹੈ ਤਾਂ ਇਹ ਸਮਝ ਲਓ ਕਿ ਉਹ ਸਮਾਂ ਪਹਿਲਾਂ ਤੋਂ ਹੀ ਨੀਅਤ ਸੀ ਜਿਸ ਸਮੇਂ ਉਹਦਾ ਕਤਲ ਹੋਣਾ ਸੀ। ਤੋ ਇਸ ਕਰਕੇ ਸਿਧਾਂਤਾਂ ਦੇ ਉਲਟ ਹੋਣ ਦੇ ਕਾਰਨ ਇਹ ਸਾਖੀ ਜਿਹੜੀ ਹੈ ਮੰਨਣਯੋਗ ਨਹੀਂ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਦੇ 7 ਸਾਲ ਭਾਈ ਜੇਠਾ ਜੀ ਨੂੰ ਟ੍ਰਾਂਸਫਰ ਕਰ ਦਿੱਤੇ। ਤੇ ਸਾਖੀਕਾਰ ਤਾਂ ਬੜੇ ਚਸਕੇ ਲਾ ਲਾ ਕੇ ਉਹ ਕਹਾਣੀ ਦਾ ਇੰਝ ਵਰਣਨ ਕਰਦੇ ਨੇ ਕਿ ਜਿਵੇਂ ਉਹ ਸਾਹਮਣੇ ਬੈਠਾ ਹੈ, ਗੱਲਬਾਤ ਸੁਣ ਰਿਹਾ ਸੀਗਾ ਕਿ ਬੀਬੀ ਭਾਨੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਤੁਸੀਂ ਕੋਈ ਰੇਖ 'ਚ ਮੇਖ ਮਾਰੋ ਜੀ, ਮੇਰੇ ਸੁਹਾਗ ਦਾ ਕੀ ਬਣੇਗਾ, ਤੁਸੀਂ ਦੇਖੋ ਤੁਸੀਂ ਕੁਝ ਕਰ ਸਕਦੇ ਹੋ। ਤੋ ਇਹ ਸਭ ਗੱਲਾਂ ਮਤਲਬ ਫਰਟਾਈਲ ਇਮੇਜਿਨੇਸ਼ਨ ਦਾ ਹੀ ਰਿਜ਼ਲਟ ਕਹੀਆਂ ਜਾ ਸਕਦੀਆਂ ਨੇ, ਇਹਨਾਂ 'ਚ ਕੋਈ ਤੱਥ ਦੀ ਗੱਲ ਨਹੀਂ। ਤੋ ਜੇ ਇਹ ਚੀਜ਼ਾਂ ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ ਹਨ, ਇਸ ਕਰਕੇ ਇਹਨਾਂ ਨੂੰ ਰਿਜੈਕਟ ਕਰਨਾ ਹੀ ਬਣਦਾ ਹੈ। इतनी ही बेनती प्रवान करना जी। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਦਰੁਸਤ ਦੱਸਿਆ ਵੀਰ ਜੀ ਨੇ ਕਿ ਜਿਹੜੀ ਗੱਲ ਗੁਰਮਤਿ ਅਨੁਕੂਲ ਹੈ ਅਸੀਂ ਉਹੀ ਮੰਨਣੀ। ਠੀਕ ਹੈ, ਅਗਰ ਜੇ ਕਿਸੇ ਸਾਨੂੰ ਕੋਈ ਐਸੀ ਰੈਫਰੈਂਸ ਚੋਂ ਸਾਨੂੰ ਕੋਈ ਗੁਰਮਤਿ ਦੀ ਗੱਲ ਮਿਲਦੀ ਹੈ ਤਾਂ ਜ਼ਰੂਰ ਅਪਣਾਉਣੀ, ਪਰ ਜਿਹੜੀ ਗੱਲ ਗੁਰਮਤਿ ਨਾਲ ਕੰਟਰਾਡਿਕਟਰੀ ਹੋਵੇ ਉਹ ਅਸੀਂ ਰਾਈਟ ਵੇ ਉਹਨੂੰ ਤੇ ਸੋਚਣਾ ਹੀ ਨਹੀਂ ਚਾਹੀਦਾ। ਤੋ ਕਿਉਂਕਿ ਗੁਰਬਾਣੀ ਸੁਪਰੀਮ ਹੈ, ਕਹਾਣੀਆਂ ਸੁਪਰੀਮ ਨਹੀਂ। तो जेकर ਉਹਦੇ ਕੋਈ ਸੱਚਾਈ ਵੀ ਹੈ, ਅਗਰ ਉਹ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਤਾਂ ਸਾਨੂੰ ਉਹ ਛੱਡ ਦੇਣੀ ਚਾਹੀਦੀ ਹੈ। ਉਹਦੇ ਬਾਰੇ ਬਹੁਤਾ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ। ਪਰ ਕਿਉਂਕਿ ਅਸੀਂ ਸਾਡੇ 'ਚ ਇੱਕ ਮਨੁੱਖ ਕਮਜ਼ੋਰੀ ਹੈ ਕਿ ਅਸੀਂ ਕੰਨ-ਰਸ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ। ਤੋ ਇਹੋ ਜਿਹੀਆਂ ਸਾਖੀਆਂ ਜਿਹੜੀਆਂ ਨੇ ਕੰਨ-ਰਸ ਜ਼ਿਆਦਾ ਪੈਦਾ ਕਰਦੀਆਂ ਨੇ, ਔਰ ਖਾਸ ਕਰਕੇ ਕੁਝ ਕਥਾਕਾਰ ਔਰ ਖਾਸ ਕਰਕੇ ਡੇਰੇਦਾਰ ਜਿਹੜੇ ਨੇ, ਉਹ ਤਾਂ ਜਦ ਵੀ ਤੁਸੀਂ ਕਦੀ ਮੌਕਾ ਮਿਲੇ ਕਥਾ ਸੁਣਨ ਦਾ ਤੇ ਉਹ ਤਾਂ ਤਕਰੀਬਨ ਹਰ ਮਤਲਬ ਵੀ ਵਾਕ ਦੇ ਨਾਲ ਉਹਨਾਂ ਨੇ ਕੋਈ ਨਾ ਕੋਈ ਸਾਖੀ ਜ਼ਰੂਰ ਸੁਣਾਉਣੀ ਤੇ ਕੰਨ-ਰਸ ਕਰਕੇ ਲੋਕੀ ਉਹਨਾਂ ਨੂੰ ਸੁਣਦੇ ਵੀ ਜ਼ਿਆਦਾ ਨੇ। ਤਾਂ ਲੋੜ ਹੈ ਐਸੀ ਅੰਡਰਸਟੈਂਡਿੰਗ ਪੈਦਾ ਕਰਨ ਦੀ ਕਿ ਅਸੀਂ ਗੁਰਬਾਣੀ ਦੇ ਨਾਲ ਜੁੜਨਾ, ਨਾ ਕਿ ਕਹਾਣੀਆਂ ਨਾਲ ਜੁੜਨਾ। ਕਦਣ ਹੋਏਗਾ ਦੇਖੋ, ਇੰਨਾ ਸਮਾਂ ਬੀਤ ਵੀ ਗਿਆ, 5 ਸਦੀਆਂ ਬੀਤ ਗਈਆਂ, ਆਪਣਾ ਆਲਮੋਸਟ 450 ਸਾਲ ਤਾਂ ਹੋ ਹੀ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਤਲਬ ਸੰਪਾਦਨਾ ਤੋਂ ਬਾਅਦ ਵੀ, ਤੇ ਅਜੇ ਤੱਕ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪ੍ਰਚਲਿਤ ਨੇ। ਉਹਦਾ ਕਾਰਨ ਇਹੀ ਹੈ ਕਿ ਜਿੰਨਾ ਚਿਰ ਗੁਰਬਾਣੀ ਦਾ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਨਹੀਂ ਹੁੰਦਾ, ਜਿਵੇਂ ਬਾਬਾ ਕਬੀਰ ਸਾਹਿਬ ਨੇ ਲਿਖਿਆ ਹੈ, ਦੇਖੋ ਭਾਈ ਗਿਆਨ ਕੀ ਆਈ ਆਂधी, ਸਰਵਡਾਨੀ ਭਰਮ ਕੀ ਟਾਟੀ, ਇਹ ਨਵਾਇਆ ਬੰਦ। ਸੋ ਗਿਆਨ ਦੀ ਹਨੇਰੀ ਲਿਆਉਣ ਦੀ ਲੋੜ ਹੈ। ਉਹਦੇ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ, ਕੋਈ ਇੱਕ ਸੰਸਥਾ ਜਾਂ ਕੋਈ ਇੱਕ ਵਿਅਕਤੀ ਨਹੀਂ ਹੈ। ਅਸੀਂ ਸਾਰੇ ਹੀ, ਹਰੇਕ ਜਿਹੜਾ ਗੁਰੂ का सिख है वो आप जपे और नाम जपाओ। तो आओ सत्संगियों, ਆਪਾਂ ऐसी कोशिश करिए कि बाणी ਨੂੰ ਸਮਝੀਏ ਔਰ ਇਸ ਬਾਣੀ ਦਾ ਅਸੀਂ ਅੱਗੇ ਪ੍ਰਚਾਰ ਪ੍ਰਸਾਰ ਕਰੀਏ। MP ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। तो साध संगत जी, एक सवाल आया, वो क्योंकि ऑलरेडी डिस्कस हो चुका है जिस ਵੇਲੇ, ਕਿਉਂਕਿ ਵੀਰ ਹਰਜੀਤ ਸਿੰਘ ਜੀ ਸਿੱਖ ਰਹਿਤ ਮਰਿਆਦਾ ਸਾਨੂੰ ਦੱਸ ਰਹੇ ਨੇ, ਉਹਦੇ ਵਿੱਚ ਹੋ ਗਿਆ। ਪਰ ਮੈਂ ਸਵਾਲ ਜਿਨ੍ਹਾਂ ਨੇ ਭੇਜਿਆ ਇਸ ਕਰਕੇ ਮੈਂ ਪੜ੍ਹ ਦੇਣਾ ਕਿ ਦੇਗ ਨੂੰ ਕਿਰਪਾਨ ਭੇਟ ਕਰਨ ਪਿੱਛੇ ਕੀ ਵਿਚਾਰ ਹੈ ਤੇ ਕਿਸ ਸਮੇਂ ਭੇਟ ਕਰਨੀ ਹੈ। ਬਈ ਜਿਸ ਵੇਲੇ ਅਰਦਾਸ ਵਿੱਚ ਪ੍ਰਵਾਨਗੀ ਦੀ ਗੱਲ ਆਵੇ ਉਸ ਵੇਲੇ ਕਰਨੀ ਹੈ ਜਾਂ ਬਾਅਦ ਵਿੱਚ ਕਰਨੀ। ਤੋ ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਕਿ ਅੱਜ ਕੱਲ੍ਹ ਸਿੱਖ ਰਹਿਤ ਮਰਿਆਦਾ ਦੀ ਵਿਚਾਰ ਚੱਲ ਰਹੀ ਹੈ ਔਰ ਇਸ ਵਿਸ਼ੇ ਤੇ ਵੀਰ ਹਰਜੀਤ ਸਿੰਘ ਜੀ ਨੇ ਬੜੀ ਕਲੀਅਰ ਕੱਟ ਔਰ ਬੜੀ ਡਿਟੇਲ ਵਿੱਚ ਸਾਨੂੰ ਸਮਝਾਇਆ ਸੀ ਕਿ ਕੜਾਹ ਪ੍ਰਸ਼ਾਦ ਦੇਗ ਨੂੰ ਜਿਸ ਵੇਲੇ ਕਿਰਪਾਨ ਭੇਟ ਕਰਨੀ ਹੈ ਉਹਦਾ ਪਰਪਸ ਵੀ ਦੱਸਿਆ ਸੀ ਔਰ ਕਿਸ ਵੇਲੇ ਕਰਨੀ ਹੈ, ਜਿਸ ਵੇਲੇ ਹੁਕਮਨਾਮੇ ਤੋਂ ਬਾਅਦ, ਵਰਤਾਉਣ ਤੋਂ ਪਹਿਲਾਂ। ਪਰ ਕਈ ਥਾਂ ਤੇ ਐਸਾ ਦੇਖਿਆ ਜਾਂਦਾ ਹੈ ਔਰ ਕੁਝ ਇੱਕ ਸਾਡੇ ਕੌਮ ਵਿੱਚ ਹੀ ਵੱਖ-ਵੱਖ, ਕਿਉਂਕਿ ਸੁਸਾਇਟੀਆਂ ਨੇ, ਕੁਝ ਇੱਕ ਸੁਸਾਇਟੀਜ਼ ਵਾਲੇ ਤੇ ਬੜੇ ਇਹਨੂੰ ਦ੍ਰਿੜਤਾ ਦੇ ਨਾਲ, ਜਿਸ ਵੇਲੇ ਅਰਦਾਸੀਆ ਸਿੰਘ ਅਰਦਾਸ ਕਰ ਰਹੇ ਹੁੰਦੇ ਨੇ ਕਿ ਆਪ ਜੀ ਨੂੰ ਦੇਗ ਪ੍ਰਵਾਨ ਹੋਵੇ, ਤਾਂ ਉਸੇ ਵੇਲੇ ਉਹ ਕਿਰਪਾਨ ਭੇਟ ਕਰਦੇ ਨੇ, ਜਿਹਦੇ ਨਾਲ ਸੰਗਤ ਦੀ ਅਟੈਂਸ਼ਨ ਵੀ ਖਿੱਚੀ ਜਾਂਦੀ। ਡਿਟੇਲ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਸਿਰਫ ਬੇਨਤੀ ਇੰਨੀ ਹੈ ਕਿ ਜੋ ਮਰਿਆਦਾ 'ਚ ਲਿਖਿਆ ਉਹ ਇਹੀ ਹੈ ਕਿ ਹੁਕਮਨਾਮੇ ਤੋਂ ਬਾਅਦ, ਦੇਗ ਵਰਤਾਉਣ ਤੋਂ ਪਹਿਲਾਂ ਕਿਰਪਾਨ ਭੇਟ ਕਰਨੀ ਜ਼ਰੂਰੀ। ਤਾਂ ਜਿਨ੍ਹਾਂ ਦਾ ਸਵਾਲ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਹੋਰ ਡਿਟੇਲ ਚਾਹੀਦੀ ਹੈ ਤਾਂ YouTube ਤੇ ਜਾ ਕੇ ਜਿਹੜਾ ਸਾਡਾ ਚੈਨਲ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਗੁਰਮਤਿ ਕਲਾਸ USA, ਉਹਦੇ ਤੇ ਜਾਓ ਔਰ ਤੁਸੀਂ ਰਹਿਤ ਮਰਿਆਦਾ ਦੀ ਵਿਆਖਿਆ ਵਿੱਚ ਜਾ ਕੇ ਉਸ ਨੂੰ ਸੁਣ ਸਕਦੇ।
तो सत्संग जी अगला जो सवाल है वो भी जिस तरह हुणे वीर MP सिंह जी ने एक सवाल हल किया कि साखियां ते इस तरह एक होर चलता है कि असी अक्सर कहा जाता कि जिस वेले बाबा बुढ़ा जी ने 5 गुरु साहबान गुरुराई की जवारी संभाली है तो उस वेले तिलक लगाया। ये जो तिलक लफज है ये कन्फ्यूज कर रहा है भी आया ये फिजिकल टिक्का जिवें मत्थे ते लोग लाते हैं वो लाया है या कुछ होर है। तो उन्होंने सवाल है वीर अवतार सिंह जी का, उन्होंने गुरबाणी की तुक भी नाल भेजी है कि गुर शब्द सच निशान जी, निशान तो भावे तिलक, तो गुर शब्द सच निशान जी वो आया ये तिलक जिहड़ा 5 गुरु साहबान उन्होंने फिजिकल लाया या किस तरह। मैं बेनती करांगा वीर किकर सिंह जी जरा अनम्यूट होकर सामने आ जाओ जी और सानू इस अडौनी चों कढो। वीर किकर सिंह अमीर जी वाहिगुरू जी का खालसा खालसा वाहिगुरू वाहिगुरू जी की जी की फतेह जी। फतेह। इस तो पहला कि जो अज विशा अधीन सवाल है टिक्के बारे जी मैं एक दो होर भी ਜਿਹੜੀਆਂ ਵਿਚਾਰਾਂ ਰੱਖਣੀਆਂ ਚਾਹੁੰਦਾ ਵੀ ਜਿਵੇਂ ਕਿ ਇੱਕ ਹੋਰ ਵੀ ਤਾਂ ਆਉਂਦਾ ਹੈਗਾ ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿਉਂ, ਭਾਵ ਕਿ ਸਿੱਖਾਂ ਤੇ ਪੁੱਤਰਾਂ ਦੀ ਘੋਖ ਪੜਤਾਲ ਕਰਕੇ ਪਰਖ ਕੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਉਹ ਕੀ ਕੀਤਾ ਉਹ ਅਗਲੀ ਪੰਕਤੀ ਦੇ ਵਿੱਚ ਹੈ, ਜਾਂ ਸਦੋਸ ਤਾਂ ਲਹਿਣਾ ਟਿਕਿਓਨ। ਕਈਆਂ ਨੇ ਇੱਥੇ ਵੀ ਅਰਥ ਭਾਵ ਟਿੱਕਾ ਕੀਤਾ ਜਿਹੜਾ ਕਿ ਬਿਲਕੁਲ ਹੀ ਗੁਰਮਤਿ ਦੇ ਉਲਟ ਹੈ, ਮਨਮਤ ਹੈ। ਭਾਵ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਸੋਧਿਆ ਸ਼ੁੱਧ ਕੀਤਾ ਤਦੋਂ ਉਹਨਾਂ ਨੇ ਲਹਿਣਾ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਲਈ ਚੁਣਿਆ। ਜੇ ਆਪਾਂ ਇਹ ਸ਼ਬਦੀ ਬਣਤਰ ਦੇਖੀਏ ਕਿਉਂ ਤੇ ਟਿਕਿਓਨ, ਧਰਿਓਨ ਧਰਿਆ ਉਹਨਾਂ ਨੇ, ਮਿਕਿਓਨ ਮਿਕਿਆ ਉਹਨਾਂ ਨੇ, ਅੱਗੇ ਹੈ ਜੀ ਟਿਕਿਓਨ ਟਿਕਿਆ ਭਾਵ ਚੁਣਿਆ ਉਹਨਾਂ ਨੇ, ਛਿਕਿਓਨ ਖਿੱਚਿਆ ਬਰਾਬਰ ਕੀਤਾ ਉਹਨਾਂ ਨੇ, ਅੱਗੇ ਚਲਾਇਓਨ ਚਲਾਇਆ ਉਹਨਾਂ ਨੇ, ਬਖਸ਼ਿਓਨ ਬਖਸ਼ਿਆ ਉਹਨਾਂ ਨੇ, ਰੱਖਿਓਨ ਰੱਖਿਆ ਉਹਨਾਂ ਨੇ। ਇਸ ਕਰਕੇ ਜਦੋਂ ਦੋ ਸ਼ਬਦ ਜੋੜ ਹੈ ਇਸ ਕਰਕੇ ਟਿਕਿਓਨ ਤੋਂ ਭਾਵ ਟਿਕਿਆ ਉਹਨਾਂ ਨੇ, ਸੋ ਇਹ ਬਿਲਕੁਲ ਇਸ ਸ਼ਬਦ ਦੇ ਨਾਲ ਹੀ ਮਿਲਦਾ ਹੈ। ਹੁਣ ਆਪਾਂ ਜਿਹੜਾ ਵਿਸ਼ੇ ਅਧੀਨ ਸ਼ਬਦ ਵੱਲੀ ਆਉਣੇ ਆ ਇਹ ਰਾਮਕਲੀ ਸੱਤ ਦੇ ਵਿੱਚੋਂ ਸ਼ਬਦ ਦਾ ਜਿਹੜਾ ਹੈ ਲਿਆ ਗਿਆ ਹੈ ਜੋ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮਨਾਮਾ ਹੈ ਸਿੱਖਾਂ ਦੇ ਪ੍ਰਤੀ ਅਤੇ ਆਪਣੇ ਪਰਿਵਾਰ ਦੇ ਪ੍ਰਤੀ। ਸੋ ਉਹਦਾ ਜਿਹੜਾ ਪੰਜਵਾਂ ਪਦਾ ਹੈ, ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਇਹ ਜਿਹੜਾ ਤਿਲਕ ਸ਼ਬਦ ਹੈ ਇਹ ਬੜਾ ਕਨਫਿਊਜ਼ ਕਰਦਾ ਹੈ। ਸੋ ਇਸ ਤੋਂ ਪਹਿਲਾਂ ਕਿ ਸ਼ਬਦ ਦੀ ਵਿਚਾਰ ਕੀਤੀ ਜਾਵੇ ਇੱਕ ਹੋਰ ਸ਼ਬਦ ਥੋੜਾ ਜਿਹਾ ਮੈਂ ਰੱਖਣਾ ਚਾਹੁੰਦਾ। ਅੰਗ 1142 ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਿਆ, ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ 68 ਮਜਨ ਆਇਆ, ਤੀਰਥ ਹਮਰਾ। ਹੁਣ ਦੇਖੋ ਗੁਰੂ ਸਾਹਿਬ ਕਹਿੰਦੇ ਵੀ ਮੇਰਾ ਤੀਰਥ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸ਼ਿਆ ਤਤ ਗਿਆਨ। ਸੋ ਨਾਮ ਲੈਣ ਨਾਲ ਸਗਲ ਪੁਰਬਾਇਆ ਸਾਰੇ ਪੁਰਬ ਹੋ ਗਏ, ਨਾਮ ਲੈਣ ਨਾਲ 68 ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ। ਤੇ ਮੇਰਾ ਤੀਰਥ ਕਿਹੜਾ ਗੁਰੂ ਸਾਹਿਬ ਸਪਸ਼ਟ ਕਰ ਰਿਹਾ ਭਾਵ ਖੰਡਨ ਕਰ ਰਿਹਾ ਤੀਰਥਾਂ ਦਾ, ਤੀਰਥ ਹਮਾਰਾ ਹਰ ਕੋ ਨਾਮ ਗੁਰ ਉਪਦੇਸ਼ਿਆ ਤਤ ਗਿਆਨ। ਇਸੇ ਤਰ੍ਹਾਂ ਹੀ ਗੁਰਮਤਿ ਦੇ ਅਨੁਸਾਰ ਜਦੋਂ ਅਸੀਂ ਇਹਦਾ ਅਰਥ ਕਰਾਂਗੇ ਤਾਂ ਸਾਨੂੰ ਬੜਾ ਹੀ ਸਪਸ਼ਟ ਹੋ ਜਾਣਾ ਹੈ ਕਿ ਇੱਥੇ ਕੋਈ ਦੁਨਿਆਵੀ ਤਿਲਕ ਕੇਸਰ ਦਾ ਜਾਂ ਜੋ ਟਿੱਕਾ ਪ੍ਰਚਲਿਤ ਹੈ ਜਿਵੇਂ ਕਿ ਆਮ ਹਿੰਦੂ ਧਰਮ ਦੇ ਅਨੁਸਾਰ ਜਾਂ ਮੰਦਿਰ ਦੇ ਵਿੱਚ ਟਿੱਕਾ ਲਾਇਆ ਜਾਂਦਾ ਹੈ, ਇਹ ਉਸ ਟਿੱਕੇ ਦੀ ਗੱਲ ਨਹੀਂ ਹੈਗੀ ਆ। ਨਾਲ ਹੀ ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ ਹਰ ਭਾਇਆ ਪਰਮਾਤਮਾ ਨੂੰ ਜੋ ਮਨਜ਼ੂਰ ਹੋਇਆ ਸਤਿਗੁਰ ਬੋਲਿਆ, ਗੁਰੂ ਨੇ ਉਹੀ ਕੁਝ ਬੋਲਿਆ। ਹਰ ਮਿਲਿਆ ਪੁਰਖ ਸੁਜਾਨ ਜੀਓ ਕਿ ਗੁਰੂ ਨੂੰ ਸੱਚਾ ਪੁਰਖ ਦੇ ਰੂਪ ਵਿੱਚ ਮਿਲਿਆ ਹੈ, ਸੁਜਾਨ ਸਿਆਣਾ ਪੁਰਖ ਪਰਮਾਤਮਾ ਮਿਲਿਆ ਹੈ। ਇਸ ਕਰਕੇ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਰਾਮਦਾਸ ਨੂੰ
ਅੱਛਾ, ਜਿਹੜਾ ਸੋਢੀ ਸ਼ਬਦ ਹੈ ਇਹ ਵੀ ਸਾਨੂੰ ਬੜਾ ਕਨਫਿਊਜ਼ ਕਰਦਾ ਵੀ ਸ਼ਾਇਦ ਕਿਤੇ ਕੋਈ ਜਾਤੀਵਾਚਕ ਸ਼ਬਦ ਹੈ। ਇਹ ਪਹਿਲਾਂ ਇੱਕ ਵਾਰੀ ਵਿਚਾਰ ਅਧੀਨ ਵੀ ਆਇਆ ਸੀ, ਮੈਂ ਇਹਦਾ ਵੀ ਸਪਸ਼ਟ ਕਰ ਦਿਆਂ। ਜਿਵੇਂ ਮਾਲਵੇ ਦੇ ਵਿੱਚ ਰਹਿਣ ਵਾਲਾ ਮਲਵਈ ਹੁੰਦਾ ਹੈ, ਮਾਝੇ ਦੇ ਵਿੱਚ ਰਹਿਣ ਵਾਲਾ ਮਝੈਲ ਹੁੰਦਾ ਹੈ, ਤੇ ਦੁਆਬੇ ਦੇ ਵਿੱਚ ਰਹਿਣ ਵਾਲਾ ਦੁਆਬੀਆ ਜਾਂ ਦੁਆਬੀਏ ਹੁੰਦੇ ਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦਸਮ ਗ੍ਰੰਥ ਦੀ ਬਾਣੀ ਪੜ੍ਹੀਏ, ਉੱਥੇ ਸੋਢੀ ਸ਼ਬਦ ਦੀ ਵਿਆਖਿਆ ਕੀਤੀ ਹੈ ਕਿ ਸੋਢੀ ਹੈ ਕੌਣ ਆ। ਐਕਚੁਅਲੀ ਸੋਢਲ ਦੇਸ਼ ਦੇ ਮਾਲਕ ਹੁੰਦੇ ਸੀ ਪਹਿਲਾਂ। ਜਿਵੇਂ ਕਿ ਜਿਹੜਾ ਗੋਤ ਅੱਜ ਬਰਾੜ ਬਣ ਗਿਆ, ਇਹ ਕਿਸੇ ਵੱਡ ਵਡੇਰੇ ਦਾ ਨਾਮ ਹੈ। ਬਰਾੜਾਂ ਦਾ ਜਿਹੜਾ ਵੱਡ ਵਡੇਰਾ ਸੀ ਉਹਦਾ ਨਾਮ ਬਰਾੜ ਸੀਗਾ, ਲੇਕਿਨ ਹੌਲੀ ਹੌਲੀ ਇਹ ਗੋਤ ਬਣ ਗਿਆ, ਜਿਹੜਾ ਕਿ ਪਹਿਲਾਂ ਇੱਕ ਨਾਂ ਸੀ। ਇਵੇਂ ਭੱਲਣ ਇੱਕ ਨਾਂ ਸੀ ਵੱਡ ਵਡੇਰੇ ਦਾ ਕਿਸੇ ਦਾ, ਲੇਕਿਨ ਅੱਜ ਉਹ ਇੱਕ ਗੋਤ ਬਣ ਗਿਆ ਹੈਗਾ। ਇਵੇਂ ਜਿਹੜਾ ਸੋਢੀ ਹੈ ਇਹ ਕੋਈ ਗੋਤ ਨਹੀਂ ਹੈ, ਲੇਕਿਨ ਅਸੀਂ ਇਹਨੂੰ ਗੋਤ ਬਣਾਤਾ ਹੈਗਾ। ਅਸਲ ਇਹ ਸੋਢਰ ਦੇਸ਼ ਦੇ ਮਾਲਕ ਹੁੰਦੇ ਸੀ, ਤੇ ਉਹ ਹੌਲੀ ਹੌਲੀ ਉਹਨਾਂ ਦਾ ਰਾਜ ਖਤਮ ਹੋ ਗਿਆ, ਤੇ ਉਹ ਫਿਰ ਜਿਹੜੇ ਉਸ ਦੇਸ਼ ਦੇ ਮਾਲਕ ਸੀ ਉਹਨਾਂ ਦੇ ਅੱਗੇ ਪੀੜ੍ਹੀ ਦਰ ਪੀੜ੍ਹੀ ਉਹ ਸੋਢੀ ਅਖਵਾਉਣ ਲੱਗ ਪਏ। ਇਸ ਕਰਕੇ ਕੋਈ ਇਹ ਗੋਤ ਨਹੀਂ ਹੈਗਾ। ਇਸ ਕਰਕੇ ਇਹਨੂੰ ਕਿਤੇ ਗੋਤ ਦੇ ਵਿੱਚ ਨਹੀਂ ਲੈਣਾ, ਜਾਤ ਪਾਤ ਦੇ ਵਿੱਚ ਨਹੀਂ ਲੈਣਾ, ਭਾਵੇਂ ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਹੀ ਸਨ। ਸੋ ਆਪਾਂ ਵਿਸ਼ੇ ਅਧੀਨ ਆਈਏ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਤੀਜੇ ਗੁਰੂ ਅਮਰਦਾਸ ਜੀ ਜੋ ਪ੍ਰਮਾਤਮਾ ਜੀ ਨੂੰ ਚੰਗੇ ਲੱਗੇ ਹਨ, ਪ੍ਰਵਾਨ ਹੋਏ ਹਨ, ਉਹਨਾਂ ਨੇ ਉਹੀ ਕੁਝ ਬੋਲਿਆ ਕਿਹਾ ਜੋ ਉਹਨਾਂ ਨੂੰ ਪ੍ਰਮਾਤਮਾ ਸੁਜਾਨ ਪੁਰਖ ਦੇ ਰੂਪ ਵਿੱਚ ਮਿਲਿਆ। ਇਸ ਲਈ ਉਹਨਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ੀ। ਉਹ ਕੀ ਸੀ? ਜੇ ਆਪਾਂ ਇਹਨੂੰ ਇੱਥੇ ਤਿਲਕ ਵੀ ਲਈਏ ਵੀ ਕਿਹੜਾ ਤਿਲਕ ਦਿੱਤਾ, ਨਾਲ ਹੀ ਸਪਸ਼ਟ ਕਰ ਦਿੱਤਾ, ਗੁਰ ਸ਼ਬਦ ਸੱਚ ਨਿਸ਼ਾਨ। ਗੁਰੂ ਦਾ ਸ਼ਬਦ ਇੱਥੇ ਰਾਰਾ ਮੁਕਤਾ ਹੈ ਜੀ। ਗੁਰੂ ਦਾ ਸ਼ਬਦ ਜੋ ਸੱਚ ਦਾ ਨਿਸ਼ਾਨ ਹੈ, ਸੱਚ ਦਾ ਪਰਵਾਨਾ ਹੈ, ਸੱਚ ਦਾ ਧੌਂਸਾ ਹੈ, ਸੱਚ ਦਾ ਨਗਾਰਾ ਹੈ, ਸੱਚ ਨੂੰ ਬੁਲੰਦ ਕਰਨ ਵਾਲਾ ਹੈ। ਗੁਰੂ ਦਾ ਸ਼ਬਦ ਜੋ ਸੱਚ ਨੂੰ ਬੁਲੰਦ ਕਰਨ ਵਾਲਾ ਹੈ, ਸੱਚ ਦਾ ਪਰਵਾਨਾ ਹੈ। ਇਹ ਰਾਹਦਾਰੀ ਸ਼ਬਦ ਵੀ ਆਉਂਦਾ। ਸੋ ਇਸ ਕਰਕੇ ਇੱਥੇ ਕੋਈ ਦੁਨਿਆਵੀ ਤਿਲਕ ਦੀ ਗੱਲ ਹੀ ਨਹੀਂ ਹੈਗੀ ਆ। ਨਾਲ ਹੀ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ, ਰਾਮਦਾਸ ਸੋਢੀ ਤਿਲਕ ਦੀਆ। ਕਿਹੜਾ ਤਿਲਕ ਦਿੱਤਾ ਜੀ? ਗੁਰੂ ਦਾ ਸ਼ਬਦ ਸੱਚ ਨਿਸ਼ਾਨ ਜੀਓ। ਸੋ ਕਈ ਵਾਰੀ ਟਿੱਕਾ ਸ਼ਬਦ ਵੀ ਆਇਆ, ਟਿਕਿਉਣ, ਟਿਕਾ ਦਿੱਤਾ, ਜਾਂ ਸਦੋਸਤਾ ਲੈਣਾ, ਟਿਕਿਉਣ। ਸੋ ਇਹ ਬੜੇ ਸਾਨੂੰ ਥੋੜੇ ਜਿਹੇ ਨਾ ਅੰਤਰੀ ਭਾਵ ਸਮਝ ਕੇ ਇਹਨਾਂ ਦੇ ਅਰਥ ਕਰਨੇ ਚਾਹੀਦੇ ਆ। ਕੇਵਲ ਬਾਹਰੀ ਤੌਰ ਤੇ ਕੋਈ ਸ਼ਬਦ ਆ ਗਿਆ, ਜਿਵੇਂ ਤੀਰਥ ਨਹਾਵਾਂ। ਹੁਣ ਗੁਰੂ ਸਾਹਿਬ ਨੇ ਕੀ ਲਿਖਿਆ ਵੀ ਭਾਈ ਮੈਂ ਤੀਰਥ ਤਾਂ ਨਹਾਵਾਂ ਜੇ ਤਿਸ ਭਾਵਾਂ, ਜੇ ਉਹਨੂੰ ਮਨਜ਼ੂਰ ਹੋ ਜਾਵਾਂ। ਭਾਵ ਮੇਰਾ ਮਨਜ਼ੂਰ ਹੋਣਾ ਉਹਦੀ ਦਰਗਾਹ ਦੇ ਵਿੱਚ ਹੀ ਤੀਰਥ ਨਹਾਉਣਾ, ਵਿਣ ਭਾਣੇ ਕਿ ਨਹਾਏ ਕਰੀ। ਉਹਨੂੰ ਚੰਗਾ ਲੱਗਣ ਤੋਂ ਬਿਨਾਂ ਮੈਂ ਨਹਾ ਕੇ ਕੀ ਕਰਾਂ? ਬੜਾ ਸਪਸ਼ਟ ਗੁਰਬਾਣੀ ਦੇ ਵਿੱਚ ਹੈ। ਲੇਕਿਨ ਬਦਕਿਸਮਤੀ ਇਹ ਹੈ ਵੀ ਕੁਝ ਜਥੇਬੰਦੀਆਂ ਜਾਂ ਡੇਰੇਦਾਰ ਉਹ ਜਾਣ-ਬੁੱਝ ਕੇ ਗੁਰਬਾਣੀ ਦੇ ਅਰਥ ਮਨਮਤ ਅਨੁਸਾਰ ਕਰ ਲਈ ਉਹਨਾਂ ਨੇ ਇਹੋ ਜਿਹੇ ਟਿੱਕਾ ਲਾਉਣ ਦਾ ਜਾਂ ਤਿਲਕ ਲਾਉਣ ਦੀ ਪ੍ਰਚਲਿਤ ਕਰਤੀ, ਕਿਉਂਕਿ ਉਹਨਾਂ ਦੇ ਆਪਣੇ ਇਹ ਪ੍ਰਚਲਿਤ ਹੈ ਟਿੱਕੇ ਲਾਉਣੇ, ਜਾਂ ਜਦੋਂ ਕੋਈ ਗੱਦੀ ਦੇਣੀ ਤਾਂ ਉਹਦੀ ਜੋ ਰਸਮ ਨਿਭਾਉਣੀ ਉਹ ਸਾਰਾ ਕੁਝ ਕਰਦੇ ਆ। ਤੇ ਉਹਨਾਂ ਨੇ ਇਹ ਫਿਰ ਕਿਹਾ ਵੀ ਗੁਰੂ ਸਾਹਿਬ ਨੇ ਵੀ ਟਿੱਕਾ ਲਾਇਆ, ਲੇਕਿਨ ਇੱਥੇ ਦੁਨਿਆਵੀ ਟਿੱਕੇ ਦੀ ਕੋਈ ਗੱਲ ਨਹੀਂ। ਟਿਕਣਾ ਹੁੰਦਾ ਚੁਣਨਾ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਵਾਜ਼ ਕੱਟ ਗਈ ਵਿੱਚੋਂ। ਟਿੱਕਾ ਸਿੰਘ ਜੀ, ਆਪ ਜੀ ਨੇ ਬਹੁਤ ਡਿਟੇਲ ਵਿੱਚ ਸਾਨੂੰ ਇਹਦਾ ਉੱਤਰ ਦੱਸਿਆ ਹੈ। ਤੋ ਸਾਧ ਸੰਗਤ ਜੀ, ਬੜੀ ਮਿਹਨਤ ਨਾਲ ਵੀਰ ਕਿੱਕਰ ਸਿੰਘ ਜੀ ਨੇ ਇਸ ਸਵਾਲ ਨੂੰ ਪੋਸੀਬਿਲਿਟੀ ਜਿਹੜੀਆਂ ਹੋ ਸਕਦੀਆਂ ਨੇ ਗਲਤੀ ਲੱਗਣ ਦੀਆਂ ਉਹ ਦੱਸੀਆਂ, ਔਰ ਕਿਸ ਤਰ੍ਹਾਂ ਸਾਨੂੰ ਟਿਕਿਉਣ ਦੇ ਅਰਥ ਵੀ ਜਿਹੜੇ ਨੇ ਉਹ ਨਾਲ ਦੱਸੇ ਨੇ। ਧੰਨਵਾਦ। ਅਸਲ 'ਚ ਗੱਲ ਇਹ ਆ ਸਾਧ ਸੰਗਤ ਜੀ ਕਿ ਅਨੁਮਤੀਆਂ ਦੇ ਜੋ ਚਿੰਨ੍ਹ ਨੇ ਉਹ ਆਲੇ ਦੁਆਲੇ ਦੇਖ ਕੇ ਅਸੀਂ, ਕਿਉਂਕਿ ਮੈਂ ਫਿਰ ਉੱਥੇ ਬਾਰ-ਬਾਰ ਉਸ ਗੱਲ ਤੇ ਆਉਣਾ ਕਿ ਗੁਰਬਾਣੀ ਦੀ ਸਾਨੂੰ ਪੂਰੀ ਸੋਝੀ ਨਹੀਂ ਹੈ। ਜੇ ਗੁਰਬਾਣੀ ਦੀ ਸੋਝੀ ਹੋਵੇ ਤਾਂ ਇਹ ਸਵਾਲ ਪੈਦਾ ਨਾ, ਇਹ ਸਾਡੇ ਸਾਹਮਣੇ ਗੱਲਾਂ ਆਉਣ ਹੀ ਨਾ। ਨਹੀਂ ਤੇ ਅਸੀਂ ਦੇਖਦੇ ਹਾਂ ਕਿ ਅੱਜ ਬਹੁਤ ਸਾਰੀਆਂ ਇਹੋ ਜਿਹੇ ਚਿੰਨ੍ਹ ਸਾਡੇ ਆਪਣੇ ਸਿੱਖ ਪਰਿਵਾਰਾਂ ਨੇ ਵੀ ਧਾਰਨ ਕਰਨੇ ਸ਼ੁਰੂ ਕਰ ਦਿੱਤੇ ਨੇ, ਦੇਖਾ ਦੇਖੀ। ਹਾਲਾਂਕਿ ਉਹਨਾਂ ਨੂੰ ਜੇ ਬਾਣੀ ਦੀ ਸਮਝ ਹੋਵੇ ਤਾਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੀ ਇਹ ਸਾਡੇ ਕੋਈ ਇਹਨਾਂ ਨਾਲ ਸਾਡੇ ਸੰਬੰਧ ਹੈ ਵੀ ਹੈ ਕਿ ਨਹੀਂ। ਪਰ ਤੁਸੀਂ ਦੇਖਦੇ ਹੋ, ਮੈਨੂੰ ਦੱਸਣ ਦੀ ਲੋੜ ਨਹੀਂ, ਕਈ ਤਰ੍ਹਾਂ ਦੇ ਚਿੰਨ੍ਹ ਜਿਹੜੇ ਨੇ ਧਾਰਨ ਕਰਦੇ ਨੇ, ਔਰ ਕਈ ਤਰ੍ਹਾਂ ਦੇ ਵਹਿਮ ਜਿਹੜੇ ਨੇ ਉਹਨਾਂ ਦੇ ਚਿੰਨ੍ਹਾਂ ਤੋਂ ਵੀ ਸਾਨੂੰ ਪ੍ਰਾਪਤ ਦਿਸ ਪੈਂਦੇ ਨੇ ਵੀ ਇਹ ਬੰਦਾ ਵਹਿਮ ਕਰਦਾ। ਪਰ ਜੇ ਬੇਸ਼ੱਕ ਉਹਨਾਂ ਨੂੰ ਦੱਸ ਕੇ ਕਹਿ ਕੇ ਦੇਖ ਲਓ, ਜਿਹੜੇ ਉਹਨਾਂ ਨੂੰ ਵਹਿਮ ਪਏ ਨੇ ਉਹ ਛੱਡਣ ਨੂੰ ਤਿਆਰ ਨੇ।
ਮਤਲਬ ਆਪਾਂ ਦੇਖਦੇ ਆਪਣੇ ਬੈਕ ਹੋਮ ਕਿ ਲੋਕੀ ਜੇਕਰ ਬਹੁਤ ਸਾਰੇ ਲੋਕ ਕਾਫੀ ਗਿਣਤੀ ਅਗਰ ਕੋਈ ਗੱਡੀ ਨਵੀਂ ਲਈ ਹੈ ਤੇ ਉਹਦੇ ਅੱਗੇ ਜਾਂ ਤੇ ਕੋਈ ਟੁੱਟਾ ਜਿਹਾ ਛਿੱਤਰ ਟੰਗ ਦੇਣਗੇ ਜਾਂ ਕਾਲੀ ਜਿਹੀ ਕੋਈ ਹੋਰ ਮਤਲਬ ਪਰਾਂਦੀ ਜੀ ਬੰਨ੍ਹ ਦੇਣਗੇ। ਔਰ ਕੁਝ ਪਰਸੈਂਟੇਜ ਜਿਹੜੀ ਹੈ ਹੁਣ ਇੱਥੇ ਵੈਸਟਰਨ ਕੰਟਰੀ 'ਚ ਕਿਉਂਕਿ ਅਸੀਂ ਆ ਗਏ ਹਾਂ ਤੇ ਸਾਡੇ ਕਈ ਸੱਜਣ ਜਿਹੜੇ ਨੇ ਉਹਨਾਂ ਨੇ ਇੱਥੇ ਵੀ ਉਹਦਾ ਐਗਜ਼ੀਬਿਟ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਇਹਨਾਂ ਚੀਜ਼ਾਂ ਤੋਂ ਖਿਆਲ ਰੱਖਣ ਦੀ ਲੋੜ ਹੈ। ਮੋਟੀ ਗੱਲ ਇਹ ਹੈ, ਮੈਂ ਇਸ ਲਈ ਬੇਨਤੀ ਕਰ ਰਿਹਾ ਕਿ ਬਾਹਰੀ ਚਿੰਨ੍ਹਾਂ ਨਾਲ ਕੋਈ ਸੰਬੰਧ ਹੀ ਨਹੀਂ। ਗੁਰਬਾਣੀ ਸਾਡਾ ਅੰਤਰੀਵ ਭਾਵ ਜੋ ਸਾਡੇ ਮਨ ਦੀ ਮਨੋਦਸ਼ਾ ਹੈ ਉਹਨੂੰ ਇੰਪਰੂਵ ਕਰਦੀ, ਮਾੜੇ ਤੋਂ ਚੰਗਾ ਬਣਾਉਂਦੀ ਹੈ, ਸਹੀ ਇਨਸਾਨ ਬਣਾਉਂਦੀ ਹੈ। ਉਹਦੇ 'ਚ ਬਾਹਰਲੇ ਚਿੰਨ੍ਹਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ ਤੇ ਇਹਦੇ ਪਿੱਛੇ ਜਾਣ ਦੀ ਲੋੜ ਨਹੀਂ ਹੈ। ਪਰ ਕਿਉਂਕਿ ਸਾਡੇ ਵੀਰ ਭੈਣਾਂ ਜਾਂਦੇ ਨੇ ਤਾਂ ਸਵਾਲ ਦਾ ਜਵਾਬ ਵੀਰ ਜੀ ਨੇ ਬਹੁਤ ਦੁਰਸਤ ਦਿੱਤਾ ਹੈ, ਧੰਨਵਾਦ ਇੱਕ ਵਾਰੀ ਫੇਰ ਮੈਂ ਕਰ ਰਿਹਾ ਆਪ ਜੀ ਦਾ। ਤਾਂ ਸਾਧ ਸੰਗਤ ਜੀ ਕਈ ਵਾਰੀ ਇਹੋ ਜਿਹੇ ਸਵਾਲ ਵੀ ਆ ਜਾਂਦੇ ਨੇ ਸਾਡੇ ਕੋਲ ਜਿਨ੍ਹਾਂ ਦਾ ਕੋਈ ਬਹੁਤੀ ਮਤਲਬ ਵੀ ਗੱਲ ਤਾਂ ਬਣਦੀ ਨਹੀਂ। ਹੁਣ ਇੱਕ ਸਵਾਲ ਬਲਜਿੰਦਰ ਕੌਰ ਜੀ ਨੇ ਭੇਜਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਜ ਦਾ ਕੀ ਨਾਮ ਸੀ। ਤਾਂ ਹੱਥ ਜੋੜ ਕੇ ਬੇਨਤੀ ਹੈ ਬਲਜਿੰਦਰ ਕੌਰ ਜੀ ਵੀ ਸਾਨੂੰ ਨਾਮ ਨਹੀਂ ਪਤਾ ਵੀ ਉਹ ਨਾਮ ਕੋਈ ਰੱਖਿਆ ਵੀ ਸੀ, ਨਾਮਕਰਨ ਸੈਰਮਨੀ ਹੋਈ ਹੈ ਜਾਂ ਨਹੀਂ ਹੋਈ ਜਾਂ ਕੀ ਨਾਮ ਸੀ। ਸਾਡੀ ਅਗਿਆਨਤਾ ਹੋ ਸਕਦੀ ਹੈ ਪਰ ਸਾਨੂੰ ਨਹੀਂ ਪਤਾ, ਇਸ ਕਰਕੇ ਉਹਦਾ ਉੱਤਰ ਜਿਹੜਾ ਦੇਣ ਤੋਂ ਅਸਮਰੱਥ ਹਾਂ, ਖਿਮਾ। ਤਾਂ ਆਓ ਜੀ ਅਗਲਾ ਸਵਾਲ ਜਿਹੜਾ ਹੈ ਉਹ ਲਈਏ। ਸਮਾਂ ਬੜਾ ਘੱਟ ਰਹਿ ਗਿਆ, ਸਵਾਲ ਸਾਡੇ ਕੋਲ ਹਨ ਪਰ ਇੱਕ ਸਵਾਲ ਮੈਂ ਜਿਹੜਾ ਉਹ ਵੀਰ ਹਰਜੀਤ ਸਿੰਘ ਨੂੰ ਕਹਾਂਗਾ ਬਈ ਉਹ ਸੰਖੇਪ ਤੌਰ ਤੇ ਸਾਨੂੰ 5 ਮਿੰਟ ਵਿੱਚ ਦੱਸ ਦੇਣ ਕਿਉਂਕਿ ਸਮਾਂ ਇੰਨਾ ਕੀ ਹੈ, 5-7 ਮਿੰਟ ਹੀ ਨੇ ਸਾਡੇ ਕੋਲ। ਉਹ ਸਵਾਲ ਇਹ ਹੈ ਜੀ, ਸਾਹਿਬ ਮਨਪ੍ਰੀਤ ਸਿੰਘ ਜੀ ਯੂਕੇ ਤੋਂ ਸਵਾਲ ਕਰਦੇ ਨੇ ਬਈ ਜੇ ਸਾਇੰਸਦਾਨ ਐਡੀਸਨ ਨੇ ਬਿਜਲੀ ਦੇ ਬਲਬ ਦੀ ਇਜਾਦ ਕਰਕੇ ਕਰਤਾ ਬਣ ਗਿਆ ਤਾਂ ਸਾਨੂੰ ਗੁਰਦੁਆਰਿਆਂ ਦੀ ਜਗ੍ਹਾ ਸਾਇੰਸ ਲੈਬਸ ਖੋਲ੍ਹਣੀਆਂ ਚਾਹੀਦੀਆਂ ਨੇ। ਇਹ ਸਵਾਲ ਆਇਆ ਮਨਪ੍ਰੀਤ ਸਿੰਘ ਦਾ, ਵੀਰ ਹਰਜੀਤ ਸਿੰਘ ਜੀ ਜ਼ਰਾ ਕਲੀਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਨੂੰ ਕਰਤਾ ਲਫ਼ਜ਼ ਦੇ ਲਫ਼ਜ਼ੀ ਅਰਥਾਂ ਨੂੰ ਸਮਝਣ ਦੀ ਲੋੜ ਹੈ। ਜਿੱਥੋਂ ਇਹ ਸਵਾਲ ਪੈਦਾ ਹੋਇਆ, ਪਿਛਲੇ ਹਫ਼ਤੇ ਦੀ ਵਿਚਾਰ ਦੇ ਵਿੱਚੋਂ ਸਵਾਲ ਆਇਆ ਸੀ। ਕਰਤਾ ਦਾ ਲਫ਼ਜ਼ੀ ਅਰਥ ਜਿਹੜੇ ਹਨ ਉਹ ਹੈ ਬਣਾਉਣ ਵਾਲਾ। ਕੋਈ ਚੀਜ਼ ਨੂੰ ਬਣਾਉਂਦਾ, ਜਿਹੜਾ ਕਿਸੇ ਨੇ ਕੋਈ ਮੂਰਤੀ ਬਣਾਈ ਹੈ, ਅਸੀਂ ਕਹਿੰਦੇ ਇਹਦਾ ਕਰਤਾ ਕੌਣ ਹੈ, ਤਾਂ ਉਹਦਾ ਨਾਂ ਹੋਏਗਾ ਇਹ ਮੂਰਤੀ ਸਰ ਰਾਜਾ ਸਿੰਘ ਨੇ ਬਣਾਈ ਹੈ, ਫਲਾਣੇ ਨੇ ਬਣਾਈ ਹੈ, ਉਹ ਕਰਤਾ। ਕੋਈ ਚੀਜ਼ ਜਿਹੜਾ ਬੁੱਤ ਬਣਾ ਦਿੱਤਾ, ਬੁੱਤਹਾਰਾ ਘੜਨ ਵਾਲੇ ਦਾ, ਉਹ ਬੁੱਤ ਦਾ ਕਰਤਾ ਹੈ, ਘੜਨ ਵਾਲਾ ਹੈ, ਬਣਾਉਣ ਵਾਲਾ ਹੈ, ਜਿਹੜੀ ਚੀਜ਼ ਜਿਹਦੇ ਹੱਥਾਂ ਤੋਂ ਚੀਜ਼ ਬਣਦੀ ਹੈ। ਪਰ ਗੁਰਮਤਿ ਦੇ ਵਿੱਚ ਇਹ ਕਰਤਾ ਤੇ ਲਫ਼ਜ਼ ਦੇ ਨਾਲ ਪੁਰਖ ਲਫ਼ਜ਼ ਵੀ ਲੱਗਾ ਹੈ ਜੋ ਪਰਮੇਸ਼ਰ ਦੇ ਲਈ ਇਸਤੇਮਾਲ ਕੀਤਾ ਗਿਆ। ਗੁਰਬਾਣੀ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ ਤਾਂ ਸਾਨੂੰ ਇਸ ਛੋਟੇ ਜਿਹੇ ਸਵਾਲ ਦੇ ਵਿੱਚੋਂ ਇਸ ਹਿਸਾਬ ਨਾਲ ਨਹੀਂ ਲੈਣਾ ਚਾਹੀਦਾ ਵੀ ਉੱਥੇ ਲਫ਼ਜ਼ ਕਰਤਾ ਕਿਸ ਲਈ ਵਰਤਿਆ ਗਿਆ। ਕਰਤੇ ਦੇ ਲਫ਼ਜ਼ੀ ਲਫ਼ਜ਼ੀ ਅਰਥ ਬੜੇ ਸਪਸ਼ਟ ਹਨ ਸਾਡੇ ਕੋਲ, ਉਹ ਹੈ ਬਣਾਉਣ ਵਾਲਾ। ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਕਰਤਾ ਹੈ, ਪਰ ਕਰਤੇ ਦੇ ਨਾਲ ਉਹ ਪੁਰਖ ਵੀ ਹੈ। ਦੁਨਿਆਵੀ ਚੀਜ਼ਾਂ ਨੂੰ ਬਣਾਉਣ ਵਾਲਾ ਬਣਾ ਸਕਦਾ ਹੈ, ਘੜ ਸਕਦਾ, ਲੇਕਿਨ ਉਹਦੇ ਅੰਦਰ ਵਸ ਨਹੀਂ ਸਕਦਾ, ਉਹਦੇ ਅੰਦਰ ਵੜ ਨਹੀਂ ਸਕਦਾ। ਕਿਸੇ ਨੇ ਕੋਈ ਮੂਰਤੀ ਬਣਾਈ ਹੈ, ਉਹ ਮੂਰਤੀ ਦੇ ਅੰਦਰ ਆਪ ਨਹੀਂ ਵੜ ਸਕਦਾ। ਬੁੱਤ ਘੜ ਦਿੱਤਾ, ਉਹਦੇ ਅੰਦਰ ਆਪ ਜਾ ਕੇ ਬੈਠ ਨਹੀਂ ਸਕਦਾ। ਪਰ ਗੁਰਮਤਿ ਕਹਿੰਦੀ ਹੈ ਪ੍ਰਮਾਤਮਾ ਜਿਹੜਾ ਉਹ ਕਰਤਾ ਵੀ ਹੈ, ਪਰ ਕਰਤੇ ਦੇ ਨਾਲ ਉਹ ਪੁਰਖ ਵੀ ਹੈ, ਬਣਾਉਣ ਵਾਲਾ ਹੈ। ਜਦੋਂ ਅਸੀਂ ਮੂਲ ਮੰਤਰ ਦੇ ਅਰਥ ਕੀਤੇ ਸੀ, ਕਰਤਾ ਪੁਰਖ, ਕਰਤਾ ਦਾ ਅਰਥ ਹੈ ਬਣਾਉਣ ਵਾਲਾ, ਪੁਰਖ ਦਾ ਅਰਥ ਹੈ ਵਿਆਪਕ, ਇੱਕ ਰਸ, ਲਗਾਤਾਰ ਵਿਆਪਕ, ਉਹਦੇ ਵਿੱਚ ਸਮਾਇਆ ਹੋਇਆ। ਪੁਰਖ ਲਫ਼ਜ਼ ਨੂੰ ਜਦੋਂ ਅਸੀਂ ਪੁਰਖ ਲਫ਼ਜ਼ ਨੂੰ ਦੇਖਦੇ ਹਾਂ ਤਾਂ ਸੰਸਕ੍ਰਿਤ ਵਿੱਚ ਵਿਉਂਤ ਪੱਤੀ ਅਨੁਸਾਰ ਇਹ ਲਫ਼ਜ਼ ਦਾ ਅਰਥ ਪੂਰ ਛੇਤੇ ਇਤ ਪੁਰਸ਼ਾਂ, ਭਾਵ ਜੋ ਸਰੀਰ ਵਿੱਚ ਲੇਟਿਆ ਹੋਇਆ ਹੈ। ਪੁਰਖ ਲਫ਼ਜ਼ ਦਾ ਅਰਥ ਇਸ ਤਰ੍ਹਾਂ ਕੀਤਾ ਗਿਆ। ਸੰਸਕ੍ਰਿਤ ਵਿੱਚ ਆਮ ਪ੍ਰਚਲਿਤ ਅਰਥ ਇਹਦਾ ਹੈ ਮਨੁੱਖ। ਗੀਤਾ ਦੇ ਵਿੱਚ ਵੀ ਪੁਰਖ ਲਫ਼ਜ਼ ਜਿਹੜਾ ਹੈ ਉਹ ਆਤਮਾ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਰਘੁਵੰਸ਼ ਵਿੱਚ ਵੀ ਇਹ ਸ਼ਬਦ ਜਿਹੜਾ ਹੈ ਬ੍ਰਹਿਮੰਡ ਆਤਮਾ ਦੇ ਅਰਥਾਂ ਵਿੱਚ ਆਇਆ ਹੈ। ਇਸੇ ਤਰ੍ਹਾਂ ਪੁਸਤਕ ਸ਼ਿਸ਼ੂਪਲ ਵੱਧ ਵਿੱਚ ਵੀ ਇਹ ਲਫ਼ਜ਼ ਆਤਮਾ ਦੇ ਰੂਪ ਵਿੱਚ ਹੀ ਵਰਤਿਆ ਗਿਆ ਹੈ। ਇਹ ਸਿਰਫ ਮੈਂ ਹਵਾਲੇ ਦੇ ਰਿਹਾ ਇਸ ਕਰਕੇ ਸਾਨੂੰ ਹੋਰ ਕਲੈਰਿਟੀ ਹੋ ਜਾਏ ਕਿ ਦੂਜਿਆਂ ਦੇ ਵਿੱਚ ਕੀ ਹੈ ਤੇ ਸਾਡੇ ਮਤ ਵਿੱਚ ਕੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੁਰਖ ਦਾ ਅਰਥ ਉਹ ਓਂਕਾਰ ਹੈ। ਹੁਣ ਗੱਲ ਇੱਥੇ ਓਂਕਾਰ ਦੀ ਚੱਲ ਰਹੀ ਹੈ। ਇੱਕ ਗੁਰੂ ਸਾਹਿਬ ਜੀ ਨੇ ਪਹਿਲਾਂ ਇੱਕ ਉਹਦੇ ਨਾਲ ਵਰਤ ਦਿੱਤਾ ਹੈ,
ਫਿਰ ਕੇਵਲ ਓੰਗ ਨਹੀਂ ਵਰਤਿਆ, ਉਹ ਨਾਲ ਕਾਰ ਲਫ਼ਜ਼ ਵੀ ਵਰਤਿਆ ਗਿਆ। ਗੁਰਬਾਣੀ ਦੇ 3 ਲਫ਼ਜ਼ਾਂ ਤੋਂ ਇਹ ਲਫ਼ਜ਼ ਬਣਿਆ, ਇੱਕ ਓੰਕਾਰ। ਇੱਕ ਹਿੰਸਾ ਹੈ ਗਿਣਤੀ ਦਾ, ਓੰਕਾਰ ਇੱਕ ਰਸ ਵਿਆਪਕ ਪ੍ਰਮਾਤਮਾ। ਉਹ ਓਮ ਜੋ ਇੱਕ ਰਸ ਵਿਆਪਕ ਹੈ, ਲਗਾਤਾਰ ਹਰ ਵਿੱਚ ਸਮਾਇਆ ਹੋਇਆ ਹੈ, ਵਸਿਆ ਹੋਇਆ। ਕਾਰ ਲਫ਼ਜ਼ ਨੂੰ ਇਹ ਗੱਲ ਜਿਹੜੀ ਹੈ ਇਹ ਸਮਝ ਆ ਜਾਂਦੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜਦੋਂ ਪੁਰਖ ਲਫ਼ਜ਼ ਦੀ ਵਰਤੋਂ ਹੋਈ ਹੈ, ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਓੰਕਾਰ ਜੋ ਸਾਰੇ ਜਗਤ ਵਿੱਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ। ਮਨੁੱਖ ਤੇ ਆਤਮਾ ਅਰਥ ਵਿੱਚ ਵੀ ਇਹ ਸ਼ਬਦ ਕਈ ਥਾਈਂ ਗੁਰਬਾਣੀ ਦੇ ਵਿੱਚ ਆਇਆ ਹੈ। ਹੁਣ ਦੇਖੋ, ਅਕਾਲ ਪੁਰਖ ਕਰਤਾ ਵੀ ਹੈ। ਸਾਰੇ ਸਰੀਰ ਦੀ ਬਣਤਰ ਹੋਈ, ਪਰ ਕੇਵਲ ਬਣਤਰ ਕਿਹਨੇ ਕੀਤੀ? ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ। ਠੀਕ ਹੈ, ਸੰਸਾਰ ਵਿੱਚ ਸਾਡੀਆਂ ਪਤੀ ਪਤਨੀ ਮਾਤਾ ਪਿਤਾ ਦੇ ਸੁਮੇਲ ਹੋਏ, ਲੇਕਿਨ ਇਸ ਬਣਤਰ ਦੀ ਡਿਵੈਲਪਮੈਂਟ ਨਹੀਂ ਹੋਈ ਜਦ ਤੱਕ ਕਰਤੇ ਪੁਰਖ ਵਾਹਿਗੁਰੂ ਨੇ ਆਪ ਆਪਣਾ ਜੋਤ ਉਹਦੇ ਵਿੱਚ ਨਹੀਂ ਰੱਖੀ। ਤਾਂ ਜੋਤ ਰੱਖਣ ਦਾ ਮਤਲਬ ਉਹਦੇ ਵਿੱਚ ਸਮਾ ਗਿਆ। ਪਰਮਾਤਮਾ ਇੱਕ ਐਸੀ ਤਾਕਤ ਹੈ ਜਿਹੜਾ ਕਰਤੇ ਦੇ ਨਾਲ ਪੁਰਖ ਵੀ ਹੈ, ਕੇਵਲ ਕਰਨ ਵਾਲਾ ਨਹੀਂ ਹੈ। ਉਹ ਸਾਰੀ ਜਗ੍ਹਾ ਇੱਕ ਰਸ ਲਗਾਤਾਰ ਵਿਆਪਕ ਹੈ। ਤਾਂ ਇੱਥੇ ਜਿਹੜੇ ਅਸੀਂ ਸ਼ਬਦ ਕਰਤੇ ਦੀ ਗੱਲ ਕਰਦੇ ਹਾਂ, ਤਾਂ ਕਰਤੇ ਦਾ ਮਤਲਬ ਕਿਸੇ ਚੀਜ਼ ਨੂੰ ਬਣਾਉਣ ਵਾਲਾ ਹੁੰਦਾ, ਲੇਕਿਨ ਗੁਰਮਤ ਵਿੱਚ ਇਸ ਲਫ਼ਜ਼ ਨੂੰ ਬਹੁਤ ਹੀ ਵਾਸਟ, ਬਹੁਤ ਹੀ ਖੁੱਲੇ ਜਾਂ ਵੱਡੇ ਦਾਇਰੇ ਵਿੱਚ ਦੇਖਿਆ ਗਿਆ ਕਿ ਉਹ ਪਰਮਾਤਮਾ ਜਿਹੜਾ ਇੱਕ ਰਸ ਵਿਆਪਕ ਹੈ। ਲੇਕਿਨ ਜਿਹੜੀ ਦੁਨੀਆ ਦੀਆਂ ਚੀਜ਼ਾਂ ਬਣਾਉਣ ਵਾਲੇ ਨੂੰ ਕੇਵਲ ਕਰਤੇ ਤੱਕ ਸੀਮਤ ਹੋ ਸਕਦੇ ਨੇ। ਉਹਨਾਂ ਦਾ ਨਾਂ ਲੱਗ ਸਕਦਾ ਹੈ, ਇਹਨੇ ਇੱਕ ਫਲਾਣੇ ਦੀ ਕਾਢ ਕੱਢੀ, ਇਹਨੇ ਬਲਬ ਦੀ ਕਾਢ ਕੱਢੀ, ਇਹਨੇ ਭਾਫ ਦਾ ਇੰਜਣ ਬਣਾਇਆ, ਉਹਦਾ ਨਾਮ ਅੱਜ ਵੀ ਚੱਲਦਾ ਹੈ। ਫਲਾਣੇ ਨੇ ਟ੍ਰੇਨ ਦਾ ਫਲਾਣੀ ਚੀਜ਼ ਬਣਾ ਦਿੱਤੀ, ਹਵਾਈ ਜਹਾਜ਼ ਬਣਾ ਦਿੱਤਾ, ਉਹਦਾ ਨਾਂ ਉਹਦੇ ਨਾਲ ਲੱਗ ਜਾਂਦਾ, ਲੇਕਿਨ ਉਹਦੇ ਵਿੱਚ ਉਹ ਵੜ ਕੇ ਪੁਰਖ ਨਹੀਂ ਬਣ ਸਕਦਾ। ਇਹੋ ਹੀ ਫਰਕ ਹੈ ਗੁਰਮਤਿ ਦੀ ਫਿਲਾਸਫੀ ਦਾ ਤੇ ਆਮ ਕਰਤਾ ਲਓ ਜੋ ਆਮ ਲਫ਼ਜ਼ਾਂ ਵਿੱਚ ਅਸੀਂ ਬੋਲੀ ਵਿੱਚ ਵਰਤਿਆ ਜਾਂਦਾ ਹੈ। ਤੋ ਜਿੱਥੋਂ ਅਸੀਂ ਪਿਛਲੇ ਹਫ਼ਤੇ ਜਦੋਂ ਇਹ ਭੱਟਾਂ ਦੇ ਸਵਈਆਂ ਦੀ ਵਿਚਾਰ ਕਰ ਰਹੇ ਸੀ, ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਇਹ ਸ਼ਬਦ ਨੂੰ ਸਾਨੂੰ ਸਮਝਣ ਵਿੱਚ ਵੀ ਉਕਾਈ ਹੋ ਸਕਦੀ ਹੈ ਜਾਂ ਉਹਨਾਂ ਦੇ ਬੋਲਣ ਵਿੱਚ ਕੋਈ ਸ਼ਬਦ ਨਿਕਲ ਸਕਦਾ ਹੈ, ਲੇਕਿਨ ਗੱਲ ਬੜੀ ਸਪਸ਼ਟ ਹੈ ਵੀ ਇਹ ਕਰਤਾ ਕੇਵਲ ਪਰਮਾਤਮਾ ਹੈ ਔਰ ਜਗਤ ਦਾ ਰਚਨਹਾਰ ਤੇ ਇੱਕ ਰਸ ਵਿਆਪਕ ਹੈ। ਦੁਨੀਆ ਦੀਆਂ ਚੀਜ਼ਾਂ ਨੂੰ ਕੋਈ ਵੀ ਕਰਤਾ ਹੋ ਸਕਦਾ ਹੈ, ਦੁਨਿਆਵੀ ਪਦਾਰਥਾਂ ਨੂੰ ਕੋਈ ਵੀ ਕਰ ਸਕਦਾ, ਬਣਾ ਸਕਦਾ ਹੈ, ਲੇਕਿਨ ਸੰਸਾਰ ਨੂੰ ਬਣਾਉਣ ਵਾਲਾ, ਘੜਨ ਵਾਲਾ, ਮਾਰਨ ਵਾਲਾ, ਨਾਸ਼ ਕਰਨ ਵਾਲਾ ਉਹ ਪਰਮਾਤਮਾ। ਔਰ ਲਗਾਤਾਰ ਉਹ ਕੁਦਰਤ ਨੂੰ ਸਾਜ ਕੇ ਕੁਦਰਤ ਵਿੱਚ ਵਸਿਆ ਹੋਇਆ ਵੀ ਆਪ ਹੈ। ਅਸੀਂ ਵੀ ਕੁਦਰਤ ਦਾ ਹਿੱਸਾ ਹਾਂ, ਸਾਨੂੰ ਬਣਾ ਕੇ ਵੀ ਪਰਮਾਤਮਾ ਸਾਡੇ ਅੰਦਰ ਵਸਿਆ ਹੋਇਆ ਹੈ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਕੋਈ ਚੀਜ਼ ਬਣਾ ਤਾਂ ਸਕਦਾ ਹੈ, ਔਰ ਵਿੱਚ ਸਮਾ ਨਹੀਂ ਸਕਦਾ। ਇਹ ਬੜਾ ਸਮ ਅਪ ਕੀਤਾ ਵੀਰ ਜੀ ਨੇ। ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕੋਈ ਚੀਜ਼ ਕ੍ਰੀਏਟ ਤਾਂ ਕਰ ਸਕਦੇ ਹਾਂ, ਪਰ ਵਾਹਿਗੁਰੂ ਹੈ ਜਿਹੜਾ ਜਿਹਨੇ ਕੁਦਰਤ ਬਣਾਈ ਔਰ ਕੁਦਰਤ ਦੇ ਵਿੱਚ ਸਮਾਇਆ। ਤੋ ਇਸ ਕਰਕੇ ਇਹ ਕਈ ਵਾਰੀ ਕੋਈ ਵੀਰ ਜੀ ਨੇ ਵੀ ਦੱਸਦਾ ਹੈ, ਸੁਣਨ ਜਾਂ ਸਮਝਾਉਣ 'ਚ ਗੱਲ ਫਰਕ ਰੱਖ ਸਕਦੀ ਹੈ। ਹੋ ਸਕਦਾ ਕੋਈ ਗਲਤੀ ਵੀ ਲੱਗੀ ਹੋਵੇ। ਤਾਂ ਮਨਪ੍ਰੀਤ ਸਿੰਘ ਜੀ ਆਪ ਜੀ ਨੂੰ ਆਸ ਕਰਦੇ ਹਾਂ ਕਿ ਉੱਤਰ ਮਿਲ ਗਿਆ ਹੈ। ਤੋ ਸਾਧ ਸੰਗਤ ਜੀ, ਸਵਾਲ ਸਾਡੇ ਕੋਲ ਹਨ, ਪਰ ਹੁਣ ਜਿਹੜੇ ਬਚ ਗਏ ਸਵਾਲ ਨੇ ਅਗਲੇ ਹਫਤੇ ਲਵਾਂਗੇ ਕਿਉਂਕਿ ਸਮਾਂ ਹੋ ਗਿਆ। ਤੋ ਆਪ ਜੀ ਬੜੇ ਸਾਨੂੰ ਉਤਸ਼ਾਹ ਦਿੰਦੇ ਹੋ ਜੁੜ ਕੇ ਔਰ ਸਵਾਲ ਭੇਜ ਕੇ। ਮੇਰੀ ਬੇਨਤੀ ਹੈ ਕਿ ਸਾਨੂੰ ਹੋਰ ਵੀ ਸੁਝਾਅ ਭੇਜੋ ਕਿ ਇਹ ਜਿਹੜਾ ਸਵਾਲ ਜਵਾਬ ਦਾ ਪ੍ਰੋਗਰਾਮ ਹੈ, ਇਹਨੂੰ ਹੋਰ ਅੱਛੇ ਤਰੀਕੇ ਨਾਲ ਅਸੀਂ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਤੁਹਾਡੇ ਸੁਝਾਵਾਂ ਦੀ ਸਾਨੂੰ ਉਡੀਕ ਹੈ। ਜਿਤਨੇ ਸਵਾਲ ਸਾਡੇ ਕੋਲ ਸ਼ੁੱਕਰਵਾਰ ਤੱਕ ਆ ਜਾਂਦੇ ਨੇ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੈਨਲ ਵਿੱਚ ਸ਼ਨੀਚਰਵਾਰ ਸਵੇਰੇ ਡਿਸਕਸ ਕਰਕੇ ਅਸੀਂ ਉਹਨਾਂ ਦੇ ਉੱਤਰ ਆਪ ਦੇ ਸਾਹਮਣੇ ਲੈ ਕੇ ਆਉਂਦੇ। ਉਹਨਾਂ ਵਿੱਚ ਫਿਰ ਕਈ ਉਣਤਾਈਆਂ ਰਹਿ ਜਾਂਦੀਆਂ ਨੇ, ਤੋ ਆਪ ਜੀ ਸਾਨੂੰ ਬਿਲਕੁਲ ਪੁਆਇੰਟ ਆਊਟ ਕਰੋ, ਫੀਡਬੈਕ ਦਿਓ ਤੇ ਔਰ ਆਪਣੇ ਸੁਝਾਅ ਵੀ ਦਿਓ, ਤਾਂ ਜੇ ਅਸੀਂ ਉਹਨੂੰ ਫਿਰ ਦੁਬਾਰਾ ਰੀਕਨਸਿਡਰ ਕਰਕੇ ਕਈ ਐਸੇ ਵਿੱਚ ਪੁਆਇੰਟ ਰਹਿ ਵੀ ਜਾਂਦੇ ਨੇ। ਔਰ ਦੂਸਰੀ ਗੱਲ ਇਹ ਸਾਧ ਸੰਗਤ, ਗੁਰਬਾਣੀ ਜਿਹੜੀ ਹੈ ਇਹ ਬੜਾ ਡੂੰਘਾ ਸਮੁੰਦਰ ਹੈ। ਇਹ ਤਾਂ ਜਿਤਨੀ ਕੋਈ ਮਿਹਨਤ ਕਰ ਲਵੇ ਉਨੀ ਥੋੜੀ। ਤੋ ਇਸ ਕਰਕੇ ਸਵਾਲ ਜਿਹੜੇ ਨੇ ਉਹ ਆਉਂਦੇ ਰਹਿਣਗੇ। ਚੰਗੀ ਗੱਲ ਹੈ, ਉਹਦੇ ਨਾਲ ਅਸੀਂ ਖੋਜ ਕਰਦੇ ਰਹਾਂਗੇ, ਪਰ ਫਿਰ ਵੀ ਕਿਸੇ ਚੀਜ਼ ਨੂੰ ਆਪਾਂ ਫਾਈਨਲ ਨਹੀਂ ਕਹਿ ਸਕਦੇ ਵੀ ਹਾਂ ਜੀ ਇਹ ਜੋ ਹੁਣ ਵੀ ਰਣਜੀਤ ਸਿੰਘ ਨੇ ਕਹਿਤਾ ਫਾਈਨਲ ਹੈ। ਨਹੀਂ, ਇਹ ਤੁਸੀਂ ਬਿਲਕੁਲ ਓਪਨ ਹੈ ਕਿ ਸੰਗਤ ਵਿੱਚੋਂ ਕੋਈ ਵੀ ਸੱਜਣ ਜਿਹੜਾ ਉਹ ਸਾਨੂੰ ਉਹਦੇ ਬਾਰੇ ਕੋਈ ਆਪਣੇ ਸੁਝਾਅ ਜਾਂ ਉਹਦੀ ਕਰੈਕਸ਼ਨ ਕਰੇ, ਅਸੀਂ ਬੜੇ ਉਸ ਦੇ ਧੰਨਵਾਦੀ ਹੋਵਾਂਗੇ। ਤੋ ਇੱਕ ਵਾਰੀ ਫੇਰ ਸਾਰੀ ਸੰਗਤ ਦਾ ਧੰਨਵਾਦ ਹੈ ਜੀ। ਅੱਜ ਦੇ ਇਹ ਪ੍ਰੋਗਰਾਮ ਦੇ ਵਿੱਚ ਨਿਭਾਉਂਦੇ ਹਾਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਰਹਿ ਜਾਂਦੀਆਂ ਨੇ, ਕਈ ਵਾਰੀ ਉਹ ਸਾਡੇ ਵਿੱਚੋਂ ਬਾਹਰ ਹੈ,
ਵੀ ਕਈ ਵਾਰ ਸਿਗਨਲ ਠੀਕ ਨਹੀਂ ਹੁੰਦੇ, ਆਵਾਜ਼ ਥੋੜੀ ਬਹੁਤੀ ਕੱਟ ਜਾਂਦੀ ਹੈ, ਪਰ ਉਹ ਚੀਜ਼ ਸਾਡੇ ਵੱਸੋਂ ਬਾਹਰ ਹੈ। ਤੋ ਉਂਝ ਵੀ ਬਾਕੀ ਅਗਰ ਕੋਈ ਪੇਸ਼ ਕਰਦੇ ਆ ਕੋਈ ਸਾਡੇ ਕੋਲੋਂ ਗਲਤੀ ਕੋਈ ਲਫ਼ਜ਼ ਜਾਣੇ ਅਣਜਾਣੇ ਵੀ ਗਲਤ ਨਿਕਲ ਸਕਦਾ ਹੈ, ਉਹਦੀ ਵੀ ਖਿਮਾ ਮੰਗਦੇ ਹਾਂ। ਪੈਨਲ ਮੈਂਬਰ ਜਿਹੜੇ ਨੇ ਉਹਨਾਂ ਦਾ ਵੀ ਧੰਨਵਾਦ, ਬੜੀ ਮਿਹਨਤ ਨਾਲ ਉਹ ਸਵਾਲਾਂ ਦੇ ਜਵਾਬ ਜਿਹੜੇ ਨੇ ਲੱਭ ਕੇ ਸਾਡੇ ਸਾਹਮਣੇ ਲਿਆਂਦੇ ਨੇ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹ ਜਿਹੜਾ ਕਾਫਲਾ ਚੱਲਦਾ ਰਹੇ ਤੇ ਸਤਿਗੁਰੂ ਜੀ ਦੀ ਬਾਣੀ ਦਾ ਅਸੀਂ ਲਾਹਾ ਲੈ ਸਕੀਏ ਔਰ ਜਿਤਨਾ ਹੋ ਸਕੇ ਵੰਡ ਸਕੀਏ। ਧੰਨਵਾਦ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।